जी लैल साहब सत श्री अकाल जी। सत श्री अकाल गिल साहब। पंजाब विधान सभा चोणां 2022 ਦੀਆਂ खूब ਜਿਹਨੂੰ ਕਹਿ ਸਕਦੇ ਆ ਕਿ ਕਿਆਸ ਗਾਰੀਆਂ ਕਿਹਦੀ ਸਰਕਾਰ ਬਣੂ ਕਿਹੜਾ ਆਊਗਾ। ਰੋਜ਼ ਸਾਨੂੰ ਸਵੇਰੇ ਦਿਨ ਚੜ੍ਹਦਿਆਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ। ਉਧਰੋਂ ਸਾਡੇ ਪਿੰਡ ਜੱਦੀ ਪਿੰਡ ਨੇ ਚੱਕ ਆਤਰ ਸਿੰਘ ਬਠਿੰਡਾ ਦੇ ਕੋਲੇ ਹੈ, ਲੰਬੀ ਹਲਕਾ ਹੈ, ਉੱਥੋਂ ਵੀ ਸਾਨੂੰ ਫੋਨ ਯਾਰਾਂ ਮਿੱਤਰਾਂ ਦੇ ਆਉਂਦੇ ਰਹਿੰਦੇ ਨੇ ਵੀ ਕਿਹਦੀ ਸਰਕਾਰ ਆਊ ਬਾਈ ਜੀ। ਸੋ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਤਸੁਕਤਾ ਜਿਹੜੀ ਹੈ ਉਹ ਲੱਗੀ ਹੋਈ ਹੈ ਕਿ ਪੰਜਾਬ 'ਚ ਕਿਹਦੀ ਸਰਕਾਰ ਬਣੂਗੀ। ਸੋ ਇੱਕ ਵਾਰੀ ਫੇਰ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਕੁਲਵੰਤ ਸਿੰਘ ਗਿੱਲ ਔਰ ਮੇਰੇ ਨਾਲ ਮੇਰੇ ਸੀਨੀਅਰ ਸਾਥੀ ਪੱਤਰਕਾਰ ਨਿਰੰਜਨ ਸਿੰਘ ਜੀ ਲਹਿਲ ਹਾਜ਼ਰ ਹੋ ਚੁੱਕੇ ਨੇ ਔਰ ਸਾਡੇ ਦੋਹਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨ ਤੋਂ ਬਾਅਦ ਸਿੱਧਾ ਹੀ ਅਸੀਂ ਪੰਜਵਾਂ ਗੇਅਰ ਪਾਵਾਂਗੇ ਔਰ ਗੱਲਾਂ ਕਰਾਂਗੇ ਅੱਜ ਪੰਜਾਬ ਇਲੈਕਸ਼ਨ 2022 ਦੀਆਂ। ਚੰਦ ਘੜੀਆਂ, ਚੰਦ ਪਲ, ਚੰਦ ਘੰਟੇ, ਚੰਦ ਦਿਨ ਤਾਂ ਆਪਾਂ ਕਹਿ ਨਹੀਂ ਸਕਦੇ। ਅੱਜ 16 ਤਰੀਕ ਜਿਹੜੀ ਹੈਗੀ ਹੈ ਉਹ ਜਿਹਨੂੰ 17 ਤਰੀਕ 17 ਫਰਵਰੀ ਦਾ ਪ੍ਰੋਗਰਾਮ ਇਹ ਰਿਕਾਰਡ ਹੋਣ ਜਾ ਰਿਹਾ ਹੈ ਔਰ 17 18 19 20 ਯਾਨੀ ਕਿ 17 ਦਿਨ ਲੰਘ ਗਿਆ, 18 ਤੇ 19 ਬਚੇ ਨੇ। ਕੱਲ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਜਿਹੜਾ ਬੰਦ ਹੋ ਜਾਊਗਾ। ਲਾਊਡ ਸਪੀਕਰਾਂ ਦੀਆਂ ਜਿਹੜੀਆਂ ਨੇ ਧੁਨਾਂ ਨੇ, ਮੈਨੂੰ ਵੋਟ ਪਾਓ, ਮੈਨੂੰ ਵੋਟ ਪਾਓ, ਮੈਂ ਐਂ ਕਰ ਦੂੰ, ਮੈਂ ਉਹ ਕਰ ਦੂੰ, ਕਰਨਾ ਕਰਾਉਣਾ ਕੱਖ ਨਹੀਂ ਕਿਸੇ ਨੇ, ਉਹ ਬੰਦ ਹੋ ਜਾਣਗੇ। ਸ਼ਾਂਤ ਹੋ ਜਾਊਗਾ ਮਾਹੌਲ। ਫਿਰ ਅੰਦਰ ਖਾਤੇ ਖਰੀਦੋ ਫਰੋਖਤ ਚੱਲਣੀ ਹੈ। ਓਏ ਉਹਨੂੰ ਇੰਨੇ ਪੈਸੇ ਦੇ ਦਿਓ, ਉਹਨੂੰ ਸ਼ਰਾਬ ਪਹੁੰਚਾ ਦਿਓ, ਉਹਨੂੰ ਕਣਕ ਦੇ ਦਿਓ, ਉਹਦੀ ਵੋਟ ਨਾ ਬਾਹਰ ਨਿਕਲ ਜੇ, ਉਹਦੀ ਵੋਟ ਨਾ ਬਾਹਰ ਨਿਕਲ ਜੇ, ਇਹ ਨਾ ਨਿਕਲ ਜੇ, ਉਹ ਨਾ ਨਿਕਲ ਜੇ। ਕੱਲੀ ਕੱਲੀ ਬੀਬੀ ਦਾ ਹਿਸਾਬ ਕਿਤਾਬ ਹੋਣਾ। ਸੋ 20 ਤਰੀਕ ਨੂੰ ਫਿਰ ਜਦੋਂ 20 ਤਰੀਕ ਚੜ੍ਹਨੀ ਹੈ, ਸਵੇਰੇ ਦਿਨ ਚੜ੍ਹਨਾ, ਸਾਰੇ ਇਹਨਾਂ ਚਿੱਟਿਆਂ ਬਗਲਿਆਂ ਨੇ ਲਹਿਲ ਸਾਹਿਬ ਜੀ ਗੱਲ ਦਿਓ ਧਿਆਨ। ਮਸਾਲੇ ਵਾਲੀ ਗੱਲ ਹੈ ਇਹ। ਜਦੋਂ 20 ਤਰੀਕ ਸਵੇਰੇ ਦਿਨ ਚੜ੍ਹਨਾ ਹੈ, ਸਭ ਨੇ ਸੌਣਾ ਹੀ ਨਹੀਂ। ਪਹਿਲੀ ਗੱਲ ਤਾਂ ਕੀ ਕਹਿਣਾ, ਘੰਟਾ 2 ਘੰਟੇ ਸੌਂ ਜਾਣਗੇ। ਸਵੇਰੇ 5 ਵਜੇ ਚਿੱਟੇ ਬਗਲੇ ਬਣ ਕੇ ਸਾਰੇ ਲੀਡਰ ਆਪਦੇ ਹਲਕਿਆਂ ਦੇ ਗੁਰੂ ਘਰਾਂ 'ਚ ਜਾਣਗੇ ਔਰ ਇੱਦਾਂ ਜਾਣਗੇ ਜਿਵੇਂ ਕਿਤੇ ਪਤਾ ਨਹੀਂ ਕਿੰਨੇ ਕੁ ਦੁੱਧ ਧੋਤੇ ਹੁੰਦੇ ਨੇ, ਕਿੰਨੇ ਕੁ ਇਮਾਨਦਾਰ ਹੁੰਦੇ ਨੇ। ਔਰ ਇਹਨਾਂ ਨੇ ਇਲੈਕਸ਼ਨਾਂ ਵਿੱਚ ਕੋਈ ਸ਼ਰਾਬ ਹੀ ਨਹੀਂ ਵੰਡੀ ਕਿਸੇ ਨੂੰ। ਇਹਨਾਂ ਨੇ ਇਲੈਕਸ਼ਨਾਂ ਵਿੱਚ ਠੱਗੀ ਠੋਰੀ ਨਹੀਂ ਮਾਰੀ। ਇਹਨਾਂ ਇਲੈਕਸ਼ਨਾਂ ਨੇ ਕਿਸੇ ਨੂੰ ਪੈਸੇ ਨਹੀਂ ਦਿੱਤਾ, ਵੋਟ ਹੀ ਨਹੀਂ ਖਰੀਦੋ ਫਰੋਖਤ ਕੀਤੀ। ਐਂ ਪ੍ਰਮਾਤਮਾ ਅੱਗੇ ਅਰਦਾਸ ਕਰਨਗੇ। ਔਰ ਬਾਬਾ ਜੀ ਵੀ ਵਿਚਾਰੇ ਅਣਭੋਲ, ਉਹ ਵੀ ਅਰਦਾਸ ਕਰ ਰਹੇ ਨੇ ਕਿ ਫਲਾਨਾ ਸਿੰਘ ਕੈਂਡੀਡੇਟ ਸਾਡੇ ਗੁਰੂ ਘਰ 'ਚ ਆਇਆ ਹੈ, ਰੱਬ ਇਹਨੂੰ ਜਿਤਾਵੇ। ਪਹਿਲਾਂ ਆਮ ਆਦਮੀ ਪਾਰਟੀ ਵਾਸਤੇ ਅਰਦਾਸ ਕਰ ਗਿਆ ਉਹੀ ਬਾਬਾ, ਫਿਰ ਅਕਾਲੀਆਂ ਵਾਸਤੇ ਅਰਦਾਸ ਕਰ ਗਿਆ, ਫਿਰ ਕਾਂਗਰਸੀਆਂ ਵਾਸਤੇ ਅਰਦਾਸ ਕਰ ਗਿਆ। ਹੁਣ ਉੱਪਰ ਬੈਠਾ ਰੱਬ ਲਹਿਰ ਸਾਹਿਬ ਇਹ ਸੋਚਦਾ ਹੋਣਾ ਕਿ ਅਕਾਲੀਆਂ ਨੇ ਵੀ ਯਾਰ ਅਰਦਾਸ ਕਰ ਲਈ ਇਸੇ ਗੁਰੂ ਘਰ ਦੇ ਵਿੱਚ, ਕਾਂਗਰਸ ਵਾਲੇ ਵੀ ਕਰ ਗਏ, ਇਹ ਬਸਪਾ ਬੀਜੇਪੀ ਵਾਲੇ ਵੀ ਕਰ ਗਏ, ਸੰਯੁਕਤ ਕਿਸਾਨ ਮੋਰਚੇ ਵਾਲੇ ਵੀ ਕਰ ਗਏ, ਆਜ਼ਾਦ ਵੀ ਕਰ ਗਏ, ਤੇ ਮੈਂ ਹੁਣ ਜਿਤਾਵਾਂ ਕਿਹਨੂੰ? ਬੜਾ ਵੱਡਾ ਸਵਾਲ ਹੈ। ਰੱਬ ਮੈਂ ਪਤਾ ਕੀ ਹੋ ਗਿਆ, ਮੈਨੂੰ ਐ ਲੱਗਦਾ ਵੀ ਇਹਦੇ ਕਹਾਵਤ ਲਾਗੂ ਕਰਦੇ ਆਪਾਂ ਇੱਕ ਜੀ, ਉੱਤੇ ਰੱਬ ਥੱਲੇ ਯੱਬ। ਬਿਲਕੁਲ ਠੀਕ ਹੈ ਨਾ, ਰੱਬ ਨੂੰ ਯੱਬ ਪਾਤਾ ਇਹਨਾਂ ਲੀਡਰਾਂ ਨੇ ਕਿ ਮੇਰੀ ਸੁਣੋ, ਮੇਰੀ ਸੁਣੋ, ਮੇਰੀ ਸੁਣੋ, ਮੇਰੀ ਸੁਣੋ। ਲੈਟ ਸਾਹਿਬ 2-3 ਮਿੰਟ ਵਾਸਤੇ ਤੁਸੀਂ ਸਵਾਲ ਹੀ ਇਦਾਂ ਦਾ ਕਰ ਦਿੱਤਾ। ਤੁਸੀਂ ਅੱਜ ਨਾ ਟੋਟਕਾ ਲਾਉਣਾ ਕੋਈ ਅੱਜ ਲੀਡਰਾਂ ਦੇ ਤੰਜ ਕੱਸਣਾ ਹੈ। ਸਵਾਲ ਹੀ ਇਦਾਂ ਦਾ, ਤੁਹਾਡੇ ਮੂੰਹੋਂ ਕੋਈ ਇਹੋ ਜਿਹਾ ਕਰਾਰਾ ਜਿਹਾ ਤੰਜ ਸੁਣਨਾ ਹੈ ਕਿਉਂਕਿ ਤੁਸੀਂ ਤੰਜ ਕਸਣ 'ਚ ਮਸ਼ਹੂਰ ਹੋ ਪੂਰੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚ। ਗੱਲ ਇਹ ਆ ਵੀ ਤੁਸੀਂ ਗੱਲ ਹੀ ਇਦਾਂ ਦੀ ਕਰ ਦਿੱਤੀ ਹੈ ਜੀ ਵੀ ਇੱਥੇ ਧਰਤੀ ਦੇ ਲੋਕ ਜਿਹੜੇ ਉਹ ਹੀ ਨਹੀਂ ਫੈਸਲਾ ਕਰ ਸਕੇ ਤੇ ਰੱਬ ਵਿਚਾਰਾ ਕੀ ਸੋਚਦਾ ਹੋਊਗਾ? ਉਲਝ ਗਿਆ ਵਿਚਾਰਾ। ਇਹਨਾਂ ਤੇ ਰੱਬ ਨੂੰ ਵੀ ਉਲਝਾ ਲਿਆ। ਸੋ ਰੱਬ ਦੇ ਨਾਲ ਵੀ ਇਹਨਾਂ ਨੇ ਠੱਗੀ ਠੋਰੀ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਜਿਹਨੇ ਵੀ ਸਾਡੇ ਕਰਮਾਂ ਦੀ ਜੇ ਗੱਲ ਕਰੀਏ ਤੇ ਕਰਮ ਹੁੰਦੇ ਨੇ ਕੰਮ, ਕੰਮਾਂ ਦੇ ਨਿਚੋੜ ਦੇ ਅਨੁਸਾਰ ਹੀ ਤੁਹਾਡੀ ਜਿਹੜੀ ਆ ਉਹ ਸੁਣਵਾਈ ਹੁੰਦੀ ਆ ਹਰ ਦਰਗਾਹ 'ਚ ਜੀ, ਚਾਹੇ ਕਿਤੇ ਵੀ ਚਲ ਜਾਓ। ਕਰਾਰੀ ਗੱਲ ਹੁਣ ਰੱਬ ਜਿਹੜਾ ਹੋਰ ਤੱਤੀ ਗੱਲ ਕਰੋ, ਰੱਬ ਜਿਹੜਾ ਹੁਣ ਇਸ ਗੱਲ ਹੀ ਚਿੰਤਾ ਤੁਰ ਹੈ ਵੀ ਇਹਨਾਂ ਸਾਰਿਆਂ ਠੱਗਾਂ 'ਚੋਂ, ਇਹਨਾਂ ਸਾਰਿਆਂ ਜਿੰਨੇ ਵੀ ਇਹ ਲੁਟੇਰੇ ਨੇ ਖੂਨ ਚੂਸਣ ਵਾਲੇ, ਮੈਂ ਕਿਹੜੇ ਬੰਦੇ ਨੂੰ ਯਾਦ ਦਿਆਂ ਵੀ ਤੂੰ 5 ਸਾਲ ਖੂਨ ਚੂਸ ਲਾ। ਇਹ ਹੁਣ ਰੱਬ ਸਾਹਿਬ ਨੇ ਇਹ ਤੈਅ ਕਰਨਾ ਜੀ। ਸੋ ਇਹ ਤਾਂ ਰੱਬ ਦੇ ਅੱਖਾਂ 'ਚ ਘੱਟਾ ਪਾ ਰਹੇ ਨੇ, ਸਮਾਜ ਦੇ ਅੱਖਾਂ 'ਚ ਘੱਟਾ ਪਾਉਣਾ, ਇਹਨਾਂ ਗਰੀਬ ਗੁਰਬਿਆਂ ਦੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣਾ, ਆਮ ਲੋਕਾਂ ਦੇ ਜਿਹੜੇ ਉਹ ਅੱਖਾਂ 'ਚ ਘੱਟਾ ਪਾਉਣਾ, ਇਹ ਤਾਂ ਮਾਮੂਲੀ ਗੱਲ ਹੈ। ਤੇ ਇਹ ਲਗਾਤਾਰ ਪੈਂਦਾ ਆ ਰਿਹਾ। ਇਹ 5 ਸਾਲ ਬਾਅਦ, ਹਰ 5 ਸਾਲ ਬਾਅਦ ਇਹ ਸਾਰਾ ਕੁਝ ਜਿਹੜਾ ਉਹ ਪ੍ਰੀ ਪਲਾਨਡ ਕੀਤਾ ਜਾਂਦਾ।
ਤੁਸੀਂ ਖੁਦ ਜਾਣਦੇ ਹੀ ਹੋ ਵੀ ਇਹਨਾਂ 5 ਸਾਲਾਂ 'ਚ ਜਿਹੜੇ ਪਿੱਛੇ ਗੁਜ਼ਰ ਗਏ ਨੇ, ਕਦੇ ਵੀ ਹਾਈ ਕਮਾਂਡ ਤੋਂ, ਜਿਹਨੂੰ ਕਹਿ ਦਿੰਦੇ ਆਪਾਂ, ਦਿੱਲੀ ਤੋਂ, ਕਲਕੱਤੇ ਤੋਂ, ਫੋਰਨ ਤੋਂ, ਪੰਜਾਬ ਤੋਂ ਬਾਹਰ, ਕਦੇ ਇੰਨੇ ਆਗੂ ਆਏ ਸੀ ਪਹਿਲਾਂ? ਕਦੇ ਨਹੀਂ ਸੀ ਆਏ, ਕਿਉਂਕਿ ਚੋਣਾਂ ਹੀ ਨਹੀਂ ਹੋਈਆਂ ਤੇ ਆਉਣਾ ਕਿਦੋਂ ਆ? 5 ਸਾਲ ਬਾਅਦ ਚੋਣਾਂ ਹੁੰਦੀਆਂ, ਫਿਰ ਇਹ ਸਾਰੇ ਦੇ ਸਾਰੇ ਜਿਹੜੇ ਬੰਦੇ ਨੇ ਉਹ ਆਪੋ ਆਪਣੀ ਪਾਰਟੀ ਨੂੰ ਜਿਤਾਉਣ ਵਾਸਤੇ, ਕੋਈ ਕਿਸੇ ਨੂੰ ਕੋਈ ਕੰਮ ਨਹੀਂ, ਕੋਈ ਬਿਜੀ ਨਹੀਂ, ਕੋਈ ਸਰਕਾਰੀ ਕੰਮ ਨਹੀਂ, ਇੱਥੇ ਆਣ ਕੇ ਫਿਰ ਉਹ ਡੇਰੇ ਲਾ ਲੈਂਦੇ ਨੇ ਤੇ ਉਹ ਡੇਰੇ ਕੱਲ ਤੱਕ ਲੱਗੇ ਰਹਿਣੇ ਨੇ ਜੀ। ਉਸ ਤੋਂ ਬਾਅਦ ਕਦੇ ਨਹੀਂ ਹੋਣਾ। ਚੰਗਾ, ਮੈਂ ਪਹਿਲਾਂ ਵੀ ਗੱਲ ਕਰਦਾ ਰਿਹਾ ਵੀ ਜੇ ਕਿਤੇ ਇਹੀ ਕੁਛ ਜਿਹੜੇ ਅੱਜ ਇਹ 3-4 ਮਹੀਨਿਆਂ ਤੋਂ ਗੇੜੇ ਚੱਲਦੇ ਨੇ, ਜੇ ਇੱਕ ਵਿਧਾਨਕਾਰ ਦੇ 365 ਦਿਨ ਹੁੰਦੇ ਨੇ ਇੱਕ ਸਾਲ 'ਚ, ਤੇ ਸਾਡੀ ਕੰਸਟੀਟਿਊਸ਼ਨ ਦੇ ਮੁਤਾਬਕ 117 ਵਿਧਾਨ ਸਭਾ ਹਲਕੇ ਨੇ ਜੀ, ਤੇ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਕੋਈ 200 ਤੋਂ ਲੈ ਕੇ 225, ਕਿਤੇ 250, ਕਿਤੇ 240 ਦੇ ਕਰੀਬ ਜਿਹੜੇ ਪਿੰਡ ਪੈਂਦੇ ਨੇ, 13,000 ਸਮਥਿੰਗ ਪਿੰਡ ਨੇ। ਜੇ ਇਹੀ ਵਿਧਾਨਕਾਰ ਸੱਚੇ ਅਰਥਾਂ 'ਚ ਲੋਕਾਂ ਨਾਲ ਜਾਣਾ ਚਾਹੁੰਦੇ ਹੋਣ ਤਾਂ ਇਹਨਾਂ ਨੂੰ ਮਹੀਨੇ ਬਾਅਦ, ਘੱਟੋ ਘੱਟ ਜੇ ਨਹੀਂ ਹੈ ਤੇ 2 ਮਹੀਨੇ ਬਾਅਦ ਇੱਕ ਪਿੰਡ ਦੀ ਵਾਰੀ ਆਉਂਦੀ ਆ। ਇੱਕ ਇਲਾਕੇ ਦੇ 200 ਸਵਾ 200 ਪਿੰਡ ਨੇ ਤੇ 365 ਦਿਨ ਨੇ ਸਾਲ 'ਚ, ਤੇ ਜੇ ਇੱਕ ਦਿਨ ਵੀ ਇੱਕ ਨੂੰ ਦੇਣ ਤੇ ਉਹਨਾਂ ਲੋਕਾਂ ਨੂੰ ਇਕੱਠਿਆਂ ਕਰਕੇ, ਜਿਵੇਂ ਹੁਣ ਪਕੌੜਿਆਂ ਤੇ ਚਾਹ ਤੇ ਸੱਦਦੇ ਨੇ, ਹੁਣ ਲੋਕਾਂ ਦੇ ਇਕੱਲੇ ਘਰਾਂ ਜਾ ਕੇ ਇਕੱਠ ਕਰਦੇ ਨੇ। ਜੇ ਇਹੀ ਇਕੱਠ ਕਿਤੇ ਹਰ ਮਹੀਨੇ ਇੱਕ ਪਿੰਡ ਦੀ ਸੱਥ 'ਚ ਕੀਤਾ ਜਾਵੇ ਵੀ ਸਾਰੇ ਪਿੰਡ ਦੇ ਲੋਕ ਇਕੱਠੇ ਹੋਵੋ, ਅਨਾਉਂਸਮੈਂਟ ਕਰਕੇ, ਜਿਵੇਂ ਹੁਣ ਅਨਾਉਂਸ ਕਰਦੇ ਹੋ, ਜੇ ਇਸੇ ਤਰ੍ਹਾਂ ਇੱਕ ਸਾਂਝੀ ਥਾਂ ਤੇ ਬੈਠ ਕੇ ਲੋਕਾਂ ਦੇ ਦੁੱਖ ਦਰਦ ਸੁਣਦੇ ਹੋ, ਇੱਕ ਕਾਪੀ ਤੇ ਨੋਟ ਕਰਦੇ ਹੋ ਕਿ ਇੱਥੇ ਕਿਹੜੀ ਚੀਜ਼ ਦੀ ਲੋੜ ਹੈ, ਕਿਹੜਾ ਚੀਜ਼ ਸਵਾਰਨ ਵਾਲੀ ਆ, ਕਿਹਦੇ ਤੇ ਪੈਸਾ ਲੱਗਣਾ, ਕਿਹਨੂੰ ਵਿਕਾਸ ਦੇ ਹਿੱਸੇ 'ਚ ਲੈਣਾ, ਕਿਹੜਾ ਮਤਲਬ ਅਸੈਂਬਲੀ 'ਚ ਕਿਸ ਗੱਲ ਦੇ ਉੱਤੇ ਸਵਾਲ ਖੜੇ ਕਰਨੇ ਨੇ, ਜਾਂ ਉੱਥੇ ਏਜੰਡੇ 'ਚ ਕਿਹੜੀ ਗੱਲ ਪਾਉਣੀ ਆ, ਤੇ ਇਹਦੇ ਨਾਲੋਂ ਚੰਗਾ ਹੋਵੇ। ਪਰ ਇਹ ਗੱਲ ਵਿਧਾਨਕਾਰਾਂ ਨੂੰ ਸਿਖਾਉਂਦੀ ਨਹੀਂ। ਇਹ ਸਿਖਾਉਂਦੀ ਉਦੋਂ ਆ ਜਦੋਂ 111 ਦਿਨ ਬਚੇ ਹੋਣ। ਸੋ ਕਹਿਣ ਦਾ ਭਾਵ ਗਿੱਲ ਸਾਹਿਬ, ਇਹ ਜਿਹੜਾ ਰੱਬ ਦੇ ਨਾਲ ਵੀ ਇਹ ਜਿਹੜੀ ਧੋਖਾਧੜੀ ਹੋ ਰਹੀ ਹੈ ਨਾ, ਰੱਬ ਤੇ ਖੁਦ ਵੇਖਦਾ ਵੀ ਮੇਰੀ ਉਹ ਜਨਤਾ ਜਿਹੜੀ ਥੱਲੇ ਕੁਰਲਾ ਰਹੀ ਹੈ, ਉਸ ਕੁਰਲਾ ਰਹੀ ਜਨਤਾ ਨੂੰ ਇਹ ਕਿਵੇਂ ਜਿਹੜੇ ਨੇ ਵੱਖ-ਵੱਖ ਬਹਿਰੂਪੀਏ ਜਿਹਨੂੰ ਕਹਿ ਸਕਦੇ ਹਾਂ, ਆਪੋ ਆਪਣਾ ਰੂਪ ਧਾਰ ਕੇ, ਨਵਾਂ ਰੂਪ ਧਾਰ ਕੇ ਲੋਕਾਂ ਦੇ ਸਾਹਮਣੇ ਆ ਰਹੇ ਨੇ। ਕੋਈ ਕਿਸੇ ਤਰ੍ਹਾਂ ਆ ਰਿਹਾ, ਕੋਈ ਕਿਸੇ ਤਰ੍ਹਾਂ ਡੁੱਗ ਵੀ ਜਾ ਰਿਹਾ, ਕੋਈ ਕਿਸੇ ਨੇ ਮੇਲਾ ਲਾਇਆ ਹੋਇਆ, ਕਿਸੇ ਨੇ ਆਪਣੀਆਂ ਜਿਹੜੀ ਪ੍ਰਦਰਸ਼ਨੀ ਸ਼ੁਰੂ ਕੀਤੀ ਹੋਈ ਹੈ। ਇਹ ਸਾਰੀ ਇੱਕ ਕਮਰਸ਼ਲਾਈਜ਼ ਹੈ। ਅੱਜ ਵੀ ਇੱਕ ਬਹੁਤ ਵੱਡੀ ਬਹਿਸ ਹੋ ਰਹੀ ਸੀ ਤੇ ਉਹ ਇੱਕ ਬੰਦੇ ਨੂੰ ਮੈਨੂੰ ਸਵਾਲ ਕਰਦਾ ਵੀ ਤੁਸੀਂ ਜਰਨਲਿਸਟ ਹੋ, ਤੁਸੀਂ ਇਹ ਦੱਸੋ ਯਾਰ ਕਿਸ ਬੰਦੇ ਪਾਰਟੀ ਦੀ ਇਹੀ ਜਿਹੜੀ ਆ ਉਹ ਮਦਦ ਕਰੀਏ। ਤਾਂ ਮੈਂ ਉਹਨੂੰ ਇੱਕ ਗੱਲ ਜ਼ਰੂਰ ਕਹੀ, ਮੈਂ ਕਿਹਾ ਮੈਂ ਤਾਂ ਚਲੋ ਬਾਅਦ 'ਚ ਦੱਸਦਾ ਮੈਂ ਕਿਹਦੀ ਮਦਦ ਕਰਨੀ ਜਾਂ ਨਹੀਂ ਕਰਨੀ, ਤੁਸੀਂ ਦੱਸੋ ਕੀ ਤੁਹਾਡੇ ਵਿਚਾਰ ਨੇ। ਔਰ ਉਹ ਇੱਕ ਸਧਾਰਨ ਬੰਦਾ ਕਹਿੰਦਾ ਜਦੋਂ ਮੈਂ ਆਪਣੇ ਆਪ ਨੂੰ ਪੁੱਛਦਾ, ਜਦੋਂ ਆਪਣੇ ਆਪ ਨਾਲ ਗੱਲ ਕਰਦਾ ਤੇ ਮੈਂ ਸੋਚਦਾ ਵੀ ਇਹ ਸਾਰੇ ਦੇ ਸਾਰੇ ਜਿਹੜੇ ਰਾਜਨੀਤਿਕ ਤੌਰ ਤੇ ਗਿਰੇ ਹੋਏ ਨੇ, ਮੈਂ ਚੁਣਾ ਕਿਹਨੂੰ। ਕੀ ਬਾਤ। ਪਰ ਸਮਾਜ ਦੇ ਵਿੱਚ ਵਿਚਰਨ ਵਾਸਤੇ ਕਿਸੇ ਇੱਕ ਤੋਂ ਤਾਂ ਖੂਨ ਮਤਲਬ ਜਿਹੜਾ ਉਹ ਕਢਾਉਣਾ ਹੀ ਆ। ਜੇ ਬਾਕੀ ਖੂਨ ਚੂਸਦੇ ਨੇ ਤਾਂ ਚਲੋ ਐਤਕਾਂ ਫੇਰ ਇੱਕ ਕਰਵਾ ਲੈਂਦੇ ਆ, ਪਰ ਕਿਸੇ ਨਾ ਕਿਸੇ ਤੇ ਵੋਟ ਪਾਉਣੀ ਪਊ ਸਾਨੂੰ। ਜੀ ਲਹਿਲ ਸਾਹਿਬ ਪਤਾ ਕੀ ਗੱਲ ਹੈ ਜੀ, ਬੜੀ ਹੈਰਾਨੀ ਹੁੰਦੀ ਹੈ ਮੈਨੂੰ ਇਹਨਾਂ ਲੀਡਰਾਂ ਤੇ ਜੀ। ਅੱਜ ਕਿਤੇ ਇੱਕ ਨਵਾਂ ਟ੍ਰੈਂਡ ਚੱਲਿਆ ਹੋਇਆ ਪੰਜਾਬ ਦੇ ਵਿੱਚ ਜੀ। ਲੀਡਰਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ, ਸਾਡੀਆਂ ਭੈਣਾਂ, ਸਤਿਕਾਰਯੋਗ ਆ ਸਾਡੇ ਵਾਸਤੇ, ਉਹ ਅੱਜ ਕੱਲ੍ਹ ਬੜੇ ਚੋਣ ਮੈਦਾਨ ਵਿੱਚ ਨੇ। ਬੀਬੀਆਂ ਨੂੰ ਕਈ ਥਾਵਾਂ ਤੇ ਮੁੰਦਰੀਆਂ ਪਾ ਕੇ ਸਨਮਾਨਿਤ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ। ਹੁਣ ਇਹਨਾਂ ਬੀਬੀਆਂ ਦੀ ਗੱਲ ਤੁਹਾਨੂੰ ਮੈਂ ਦੱਸਦਾ, ਜਿਹੜੀਆਂ ਹੁਣੇ ਤੁਰੀਆਂ ਫਿਰਦੀਆਂ, ਬੜੀ ਮਿਹਨਤ ਕਰ ਰਹੀਆਂ, ਕਰਨੀ ਵੀ ਚਾਹੀਦੀ ਹੈ। ਆਪਣੇ ਜੀਵਨ ਸਾਥੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਕੋਈ ਮਾੜੀ ਗੱਲ ਨਹੀਂ, ਲੇਕਿਨ ਮੇਰੀ ਇਹਨਾਂ ਬੀਬੀਆਂ ਅੱਗੇ ਬੇਨਤੀ ਹੈ ਵੀ ਭਾਈ ਜਦੋਂ ਕੋਈ ਤੁਹਾਡੇ ਘਰੇ ਕੋਈ ਆਇਆ ਬਾਅਦ ਜਿੱਤਣ ਤੋਂ ਬਾਅਦ ਕੋਈ ਆਊਗਾ ਨਾ, ਉਹਨੂੰ ਚਾਹ ਪਾਣੀ ਜ਼ਰੂਰ ਪੁੱਛ ਲਿਆ ਕਰੋ। ਜਦੋਂ ਬਾਈ ਚਾਂਸ ਤੁਸੀਂ ਹਾਰ ਵੀ ਜਾਓ ਤਾਂ ਤੁਹਾਡੇ ਘਰੇ ਕੋਈ ਆ ਗਿਆ ਤਾਂ ਉਦੋਂ ਚਾਹ ਪਾਣੀ ਜ਼ਰੂਰ ਪੁੱਛ ਲਿਆ ਕਰੋ। ਫਿਰ ਇਹ ਬੀਬੀਆਂ ਕੀ ਕਰਦੀਆਂ, ਪਹਿਲੀ ਗੱਲ ਤਾਂ ਜਿਹੜੇ ਘਰ ਦੇ ਮੁੱਖ ਦਰਵਾਜ਼ੇ ਖੁੱਲ੍ਹੇ ਹੁੰਦੇ ਨੇ ਲੋਕਾਂ ਵਾਸਤੇ, ਉਹ ਦਰਵਾਜ਼ੇ ਬੰਦ ਹੋ ਜਾਂਦੇ ਨੇ, ਉੱਥੇ ਸਿਕਿਉਰਿਟੀ ਗਾਰਡ ਖੜ੍ਹ ਜਾਂਦੇ ਨੇ, ਇਹਨਾਂ ਦੀ ਪ੍ਰਾਈਵੇਸੀ ਫਿਰ ਚੱਲਣ ਲੱਗ ਜਾਂਦੀ ਹੈ। ਲੋਕਾਂ ਨੂੰ ਮਿਲਣ ਵਾਸਤੇ ਇੱਕ ਵੱਖਰੇ ਕਮਰੇ ਬਾਹਰ ਕੱਢ ਦਿੱਤੇ ਜਾਂਦੇ ਨੇ, ਉੱਥੇ ਹੀ ਚਾਹ ਪਾਣੀ ਦਾ ਫਿਰ ਪ੍ਰਬੰਧ ਹੁੰਦਾ। ਔਰ ਜਨਾਨੀਆਂ 5 ਸਾਲ ਮਿਲਦੀਆਂ ਹੀ ਨਹੀਂ ਲੋਕਾਂ ਨੂੰ, 5 ਸਾਲ ਬਾਅਦ ਫਿਰ ਨਿਕਲਦੀਆਂ ਨੇ ਐਨ ਬਿਲਕੁਲ ਸ਼ਾਂਤ ਮਾਹੌਲ ਦੇ ਵਿੱਚ,
ਵੀ ਲੈ ਜੀ ਹਲਕੇ ਤੋਂ ਬੜਾ ਪਿਆਰ ਮਿਲ ਰਿਹਾ। ਹੁਣ ਬੀਬੀਆਂ ਨੂੰ ਕਈ ਵਾਰੀ ਅਸੀਂ ਇੰਟਰਵਿਊ ਕਰਦੇ ਆ ਵੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਹਲਕੇ 'ਚ ਇੰਨਾ ਪਿਆਰ ਮਿਲ ਰਿਹਾ ਹੈ, ਹਲਕੇ 'ਚ ਤਾਂ ਬੜਾ ਸੁਧਾਰ ਕੀਤਾ ਜੀ। ਪਰ ਗਰਾਊਂਡ ਲੈਵਲ ਤੇ ਲੋਕ ਕਹਿੰਦੇ ਨੇ ਇਹਨਾਂ ਨੇ ਕੰਮ ਹੀ ਨਹੀਂ ਕੀਤਾ। ਮਨਪ੍ਰੀਤ ਬਾਦਲ ਕਹਿੰਦਾ ਮੈਂ ਤਾਂ ਜਿੱਤਣਾ ਹੀ ਜਿੱਤਣਾ ਇਸ ਵਾਰ, ਕਹਿੰਦਾ ਮੈਂ ਤਾਂ ਜਿੱਤ ਜੂੰਗਾ। ਉਧਰਲੇ ਉਸ ਇਲਾਕੇ ਦੇ ਵਿੱਚੋਂ, ਮਨਪ੍ਰੀਤ ਬਾਦਲ ਵਾਲੇ ਇਲਾਕੇ ਦੇ ਵਿੱਚੋਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਵੀ ਦਿਨ ਰਾਤ ਪੈਸੇ ਵੰਡੇ ਜਾ ਰਹੇ ਨੇ। ਹਾਲਾਂਕਿ ਇਸ ਗੱਲ ਦਾ ਆਪਣੇ ਕੋਲ ਕੋਈ ਪ੍ਰਮਾਣ ਹੈ ਨਹੀਂ, ਇਸ ਗੱਲ ਦੀ ਆਪਾਂ ਕੋਈ ਸਬੂਤ ਨਹੀਂ ਹੈ ਸਾਡੇ ਕੋਲੇ ਕਿ ਮਨਪ੍ਰੀਤ ਬਾਦਲ ਪੈਸੇ ਵੰਡ ਰਹੇ ਜਾਂ ਉਹਦੇ ਕੋਈ ਰਿਸ਼ਤੇਦਾਰ ਪੈਸੇ ਵੰਡ ਰਹੇ ਨੇ। ਪਰ ਲੋਕਾਂ ਦਾ ਇਹ ਕਹਿਣਾ ਕਿ ਉਹਦੇ ਕੋਲ ਪੈਸੇ ਵੰਡ ਰਿਹਾ। ਇਕੱਲਾ ਮਨਪ੍ਰੀਤ ਬਾਦਲ ਨਹੀਂ, ਪੰਜਾਬ ਦੇ ਜਿੰਨੇ ਲੀਡਰ ਨੇ, ਜਿੰਨੇ ਸਿਆਸਤਦਾਨ ਨੇ, ਕਿਤੇ ਨਾ ਕਿਤੇ ਭੋਰ ਕਚੋਰ ਚੱਲ ਰਹੀ ਹੈ। ਇਹ ਲੀਡਰ ਵੀ ਜਾਣਦੇ ਨੇ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਇਲੈਕਸ਼ਨ ਕਮਿਸ਼ਨ ਆਫ ਪੰਜਾਬ, ਹਰ ਬੰਦਾ ਜਾਣਦਾ ਹੈ ਵੀ ਕਿਤੇ ਨਾ ਕਿਤੇ ਆ ਜਾਓ। ਹੁਣ ਇੱਕ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਸੁਣਾਉਣਾ। ਇੱਕ ਬੰਦਾ ਵੋਟ ਪਾਉਣ ਗਿਆ ਜੀ, ਲਹਿਲ ਸਾਹਿਬ, ਬਿਲਕੁਲ। ਇੱਕ ਬੰਦਾ ਵੋਟ ਪਾਉਣ ਗਿਆ ਤੇ ਉਹ ਮਸ਼ੀਨ ਦੇ ਕੋਲ ਜਾ ਖੜ ਗਿਆ, ਵੋਟ ਬਟਨ ਦੱਬੇ ਨਾ ਕਿਸੇ ਦਾ। ਉਹਨੂੰ ਜਿਹੜਾ ਡਿਊਟੀ ਅਫਸਰ ਸੀ ਉਹਨੂੰ ਪੁੱਛਦਾ, ਕਹਿੰਦਾ ਵੀ ਕਾਕਾ ਤੂੰ ਵੋਟ ਕਿਉਂ ਨਹੀਂ ਪਾਉਂਦਾ? ਉਹ ਕਹਿੰਦਾ ਮੈਂ ਨਾ ਇਹ ਸੋਚ ਰਿਹਾ ਵੀ ਮੈਨੂੰ ਸ਼ਰਾਬ ਕਿਹੜੇ ਕੈਂਡੀਡੇਟ ਨੇ ਪਿਆਈ ਸੀ ਵੀ ਫਿਰ ਮੈਂ ਵੋਟ ਉਸ ਨੂੰ ਪਾਵਾਂ। ਇਦਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਬਿਲਕੁਲ ਬਿਲਕੁਲ, ਤਰਾਸ ਦੀ ਮਾੜੀ ਇਦਾਂ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ। ਬੰਦਾ ਕੋਈ ਕੈਂਡੀਡੇਟ ਦਾ ਵਰਕਰ ਜਿਹੜਾ ਸੀ ਉਹ ਬੋਤਲਾਂ ਵੰਡਦਾ ਫਿਰਦਾ, ਸ਼ਰਾਬ ਵੰਡਦਾ ਫਿਰਦਾ, ਤੇ ਕਹਿੰਦਾ ਭਾਈ ਵੋਟ ਨਿਗਾਹ ਰੱਖਿਓ ਵੋਟ। ਉਹ ਕਹਿੰਦਾ ਵੀ ਤੁਸੀਂ ਬੋਤਲ ਰੋਜ਼ ਦੇ ਜਾ ਕਰੋ, ਕੋਈ ਗੱਲ ਨਹੀਂ, ਤੁਹਾਡਾ ਪੂਰਾ ਖਿਆਲ ਹੈ। ਹੁਣ ਇੱਕ ਇਹੋ ਜਿਹਾ ਲੀਡਰ ਵੀ ਆ ਗਿਆ ਪੰਜਾਬ ਦਾ, ਮੰਨ ਲਓ ਆਪਾਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਣਾ ਕਿਉਂਕਿ ਆਪਾਂ ਕਿਸੇ ਪਾਰਟੀ ਦੇ ਹੱਕ ਤਾਂ ਹੈ ਹੀ ਨਹੀਂ, ਆਪਾਂ ਤਾਂ ਲੋਕਾਂ ਦੇ ਸਮਾਜ ਦੇ ਹੱਕ ਦੇ ਵਿੱਚ ਆ। ਉਹ ਬੰਦਾ ਆ ਗਿਆ, ਕਹਿੰਦਾ ਭਾਈ ਵੋਟਾਂ ਮੈਨੂੰ ਪਾਇਓ, ਮੈਂ ਤਾਂ ਗਰੀਬ ਬੰਦਾ। ਉਹ ਕਹਿੰਦਾ ਸ਼ਰਾਬ ਦੀ ਬੋਤਲ ਲਿਆਏ? ਉਹ ਕਹਿੰਦਾ ਵੀ ਅਸੀਂ ਬੋਤਲਾਂ ਨਹੀਂ ਵੰਡਦੇ, ਅਸੀਂ ਤਾਂ ਐਜੂਕੇਸ਼ਨ ਵੰਡਾਂਗੇ, ਤੁਹਾਡੇ ਪਿੰਡ ਦਾ ਸੁਧਾਰ ਕਰਾਂਗੇ। ਕਹਿੰਦਾ ਮੈਂ ਐਜੂਕੇਸ਼ਨ ਤੋਂ ਕੀ ਲੈਣਾ, ਮੈਂ ਸੁਧਾਰ ਤੋਂ ਕੀ ਲੈਣਾ, ਮੈਂ ਤਾਂ ਜਿਹੜੀ ਪੀ ਲਈ ਉਹੀ ਮੇਰੀ ਆਪਦੀ, ਜੇ ਬੋਤਲ ਦੇਂਗਾ ਤਾਂ ਤੈਨੂੰ ਵੋਟ ਪਾਊਂਗਾ, ਨਹੀਂ ਤੂੰ ਆਪਦੇ ਘਰੇ ਮੈਂ ਆਪਦੇ ਘਰੇ। ਉਹ ਕਹਿੰਦਾ ਚੰਗਾ ਭਾਈ, ਸਤਿ ਸ੍ਰੀ ਅਕਾਲ ਜੀ। ਅਸੀਂ ਸਹੀ ਸਰਕਾਰ ਪਤਾ ਲੈ ਸਭ ਕਿਉਂ ਨਹੀਂ ਚੁਣ ਸਕੇ ਜੀ, ਸਾਡੀ ਮਾਨਸਿਕਤਾ ਠੀਕ ਨਹੀਂ ਹੈ। ਅਸੀਂ ਨਸ਼ੇ ਤੇ ਲੱਗ ਗਏ, ਅਸੀਂ ਚਾੜ ਤੇ ਲੱਗ ਗਏ, ਅਸੀਂ ਪੈਸਿਆਂ ਤੇ ਲੱਗ ਗਏ। ਜਿਹੜੇ ਉਮੀਦਵਾਰ ਤੋਂ ਮੰਨ ਲਓ ਅਸੀਂ 5-10 ਹਜ਼ਾਰ ਰੁਪਏ ਲੈ ਲਿਆ, ਕੀ 5 ਸਾਲ ਉਹਨੂੰ ਆਪਾਂ ਕਹਿ ਸਕਦੇ ਤੂੰ ਸਾਡੇ ਪਿੰਡ ਦਾ ਕੰਮ ਕਰਾ ਦੇ? ਕੀ ਆਪਾਂ ਉਹਨੂੰ ਇਹ ਕਹਿ ਸਕਦੇ ਕਿ ਸਾਡੇ ਪਿੰਡ ਦੇ ਵਿੱਚ ਇੰਟਰਲੋਕ ਸੜਕਾਂ ਬਣਵਾ ਦੇ ਜਾਂ ਸੀਵਰੇਜ ਦਾ ਕੰਮ ਕਰਵਾ ਦੇ? ਨਹੀਂ ਕਹਿ ਸਕਦੇ। ਕਾਰਨ ਕੀ ਹੈ? ਅਸੀਂ ਉਸ ਉਮੀਦਵਾਰ ਤੋਂ ਪੈਸੇ ਲੈ ਕੇ, ਸ਼ਰਾਬ ਪੀ ਕੇ, ਹੋਰ ਸਾਜੋ ਸਮਾਨ ਲੈ ਕੇ ਅਸੀਂ ਵੋਟਾਂ ਪਾਈਆਂ ਨੇ, ਔਰ ਸਾਨੂੰ ਇਹ ਕਹਿਣ ਦਾ ਕੋਈ ਹੱਕ ਨਹੀਂ ਹੈ। ਔਰ ਲੀਡਰ ਵੀ ਫਿਰ ਆਪਦੀ ਮਨਮਰਜ਼ੀ ਕਰਦੇ ਨੇ। ਅੱਜ ਇੱਕ ਲੀਡਰ 5-5 ਹਜ਼ਾਰ 10-10 ਕਰੋੜ ਰੁਪਈਆ ਲਾਉਂਦਾ ਜੀ। ਕਿਉਂ ਲਾਉਂਦਾ? ਕੋਈ ਉਹਦੇ ਵਿੱਚ ਕੋਈ ਸਮਾਜ ਸੇਵਾ ਦੀ ਭਾਵਨਾ ਕੁੜ ਭਰੀ ਹੋਈ ਹੈ। ਉਹਨੂੰ ਪੰਡਤ ਨੇ ਕਿਹਾ ਵੀ ਉਹ 5-6 ਕਰੋੜ ਰੁਪਈਆ ਜੇਬ ਚੋਂ ਲਾਵੇ। ਉਹਨੂੰ ਪਤਾ ਹੈ ਪਤੰਦਰ ਨੂੰ ਕਿ 5 ਕਰੋੜ ਦਾ ਮੈਂ 50 ਕਰੋੜ ਜਾਂ 500 ਕਰੋੜ ਮੈਂ ਕਿਵੇਂ ਬਣਾਉਣਾ ਔਰ ਮੈਂ ਬਣਾ ਲੈਣਾ। ਗਿੱਲ ਸਾਹਿਬ, ਆਪਾਂ ਇੱਥੇ ਅਨੇਕਾਂ ਵਾਰ ਜਿਹੜੀ ਹੈ ਨਾ ਉਹ ਬਹਿਸ ਇਸੇ ਕਰਕੇ ਕਰਦੇ ਰਹੇ ਹਾਂ ਜੀ ਜੀ ਕਿ ਅਸੀਂ ਰਾਜਨੀਤਿਕ ਤੌਰ ਤੇ ਜਿਹੜੇ ਅਜੇ ਸਿਆਣੇ ਨਹੀਂ ਹੋਏ ਜੀ, ਅਜੇ ਅਸੀਂ ਆਰਥਿਕਤਾ ਉੱਪਰ ਨਹੀਂ ਉੱਠੇ। ਜਿਵੇਂ ਸਾਡਾ ਭਾਰਤ ਅਜੇ ਗਲੀਆਂ ਨਾਲੀਆਂ ਚੋਂ ਤਾਂ ਨਹੀਂ ਨਾ ਉੱਠਿਆ, ਤੇ ਅਸੀਂ ਵੀ ਜਿਹੜੇ ਲੋਕ ਆ ਅਜੇ ਰਾਜਨੀਤਿਕ ਤੌਰ ਤੇ ਬੜੇ ਨੀਵੇਂ ਪੱਧਰ ਤੇ ਆ। ਜੇ ਕਿਤੇ ਅਸੀਂ ਰਾਜਨੀਤਿਕ ਤੌਰ ਦੇ ਉੱਤੇ ਸੂਝਵਾਨ ਹੋ ਜਾਂਦੇ, ਸਮਝਦਾਰ ਹੋ ਜਾਂਦੇ, ਤੇ ਸ਼ਾਇਦ ਇਹ ਨਿੱਕੇ ਮੋਟੇ ਲਾਲਚ ਜਿਹੜੇ ਕਦੇ ਵੀ ਸਾਨੂੰ ਨਾ ਮਿਲਦੇ। ਇਹ ਤੁਹਾਡੀ ਗੱਲ ਬਿਲਕੁਲ ਯਾਦ ਹੈ ਵੀ ਅਸੀਂ ਮਾਨਸਿਕ ਤੌਰ ਤੇ ਸਾਨੂੰ ਇਹਨਾਂ ਨੇ ਗੁਲਾਮ ਬਣਾ ਰੱਖਿਆ ਹੈ। ਬਿਲਕੁਲ, ਇਹਨੂੰ ਕਹਿੰਦੇ ਜਿਹਨੀਅਤ ਦੀ ਗੁਲਾਮੀ, ਜਿਹਨੀਅਤ ਤੌਰ ਤੇ ਗੁਲਾਮ ਹੋ ਜਾਣਾ। ਜਿਹੜੇ ਨਸ਼ੇ ਨੇ ਨਾ, ਜਿਹੜੇ ਨਸ਼ੇ ਨੇ, ਇਹ ਸਾਰੇ, ਚਾਹੇ ਉਹ ਸ਼ਰਾਬ ਦਾ ਨਸ਼ਾ ਹੈ, ਚਾਹੇ ਉਹ ਚਿੱਟੇ ਦਾ ਨਸ਼ਾ ਹੈ, ਚਾਹੇ ਉਹ ਫੀਮ ਦਾ ਨਸ਼ਾ, ਚਾਹੇ ਡੋਡਿਆਂ ਦਾ ਨਸ਼ਾ, ਇਹ ਨਸ਼ੇ ਉਹ ਨਸ਼ੇ ਨੇ ਜਿਹੜੇ ਖਾਣ ਤੋਂ ਬਾਅਦ ਉਤਰ ਜਾਂਦੇ ਨੇ। ਖਾਣ ਤੋਂ ਬਾਅਦ 2-4-10 ਘੰਟੇ ਨਾਲ ਉਤਰ ਜਾਣਗੇ, ਸਾਨੂੰ ਬਿਮਾਰੀਆਂ ਤੇ ਲਾਉਣਗੇ। ਪਰ ਜਿਹੜੀ ਜਿਹਨੀਅਤ ਤੌਰ ਤੇ ਇਹਨਾਂ ਨੇ ਸਾਨੂੰ ਗੁਲਾਮ ਕਰ ਦਿੱਤਾ ਨਾ ਆਪਣੀਆਂ ਇਹਨਾਂ ਗੱਲਾਂ ਕਰ ਕਰਕੇ, ਉਹ ਸਦਾ ਵਾਸਤੇ ਸਾਡੇ ਦਿਮਾਗ ਚੋਂ ਨਹੀਂ ਨਿਕਲ ਸਕਦੀ। ਤਾਂ ਹੀ ਤੇ ਜਿਹੜੇ ਅਗਾਂਹ ਵਧੂ ਲੋਕ ਨੇ, ਵਿਗਿਆਨਕ ਲੋਕ ਨੇ, ਇਨਕਲਾਬੀ ਧਿਰਾਂ ਨੂੰ ਰਿਪ੍ਰੈਜ਼ੈਂਟ ਕਰਨ ਵਾਲੇ ਲੋਕ ਨੇ, ਜਿਹੜੇ ਸਹੀ ਅਰਥਾਂ 'ਚ ਪੰਜਾਬ ਨੂੰ ਪੰਜਾਬ ਰਹਿਣ ਦੇਣਾ ਚਾਹੁੰਦੇ ਨੇ, ਉਹ ਇਸ ਗੱਲ ਦੇ ਉੱਤੇ ਲੜਾਈ ਲੜਦੇ ਨੇ ਵੀ ਸਾਡੇ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਪਰ ਉੱਠਣ ਦੀ ਲੋੜ ਹੈ। ਗੁਲਾਮੀ ਜਿਹੜੀ ਹੈ ਨਾ, ਉਹ ਕਿਤੇ ਸੰਗਲਾਂ ਵਾਲੀ ਨਹੀਂ ਹੁੰਦੀ ਵੀ ਹੱਥ ਨੂੰ ਹੱਥ ਘੜੀ ਲਾਤੀ ਤੇ ਥੱਲੇ ਜਿੰਦਰਾ ਲਾਤਾ ਜਾਂ ਸੰਗਲ ਪਾਤੇ। ਇਹ ਗੁਲਾਮੀ ਤਾਂ ਟੁੱਟ ਸਕਦੀ ਹੈ ਬਹੁਤ ਸੌਖੀ ਜੀ, ਪਰ ਮਾਨਸਿਕ ਗੁਲਾਮੀ ਜਿਹੜੀ ਹੈ, ਜਿਹਨੀਅਤ ਦੀ ਗੁਲਾਮੀ ਜਿਹੜੀ ਹੈ, ਇਹ ਵਰਿਆਂ ਤੱਕ ਨਹੀਂ ਜਾਂਦੀ।
ਜਿਹਦੇ ਕਰਕੇ ਹਰ 5 ਸਾਲ ਬਾਅਦ ਇਹ ਸਾਡੀ ਇਸ ਕਮਜ਼ੋਰੀ ਦਾ ਲਾਭ ਉਠਾਉਂਦੇ ਨੇ। ਇਹ ਜਿਹੜੇ ਚੋਣਾਂ ਲੜਦੇ ਨੇ ਨਾ ਜਿਹੜੀਆਂ ਪਾਰਟੀਆਂ ਨੇ, ਇਸ ਪਾਰਟੀਆਂ ਦੀ ਸਕੂਲਿੰਗ ਹੀ ਇਦਾਂ ਦੀ ਹੈ, ਕਿਸੇ ਵੀ ਪਾਰਟੀ ਕੋਲੇ ਸਿਧਾਂਤ ਨਾਂ ਦੀ ਕੋਈ ਚੀਜ਼ ਨਹੀਂ, ਸਿਰਫ ਆਰਥਿਕਤਾ ਫਸੀ ਹੋਈ ਹੈ। ਤੂੰ ਦੇਤਾ ਮੈਂ ਲੈ ਲਿਆ, ਤੂੰ ਲੈ ਲਿਆ ਮੈਂ ਦੇਤਾ। ਇਸੇ ਕਰਕੇ ਜਿਹੜੀ ਲੜਾਈ ਹੈ, ਜਿੱਦਾਂ ਆਗੂ ਜਿਹੜੇ ਨੇ ਇਹ ਗੱਲ ਕਹਿੰਦੇ ਨੇ ਵੀ ਸਾਡੀ ਚਿਹਰਿਆਂ ਦੀ ਲੜਾਈ ਹੈ, ਵਿਚਾਰਾਂ ਦੀ ਲੜਾਈ ਨਹੀਂ ਇਹਨਾਂ ਦੀ ਚਿਹਰਿਆਂ ਦੀ ਲੜਾਈ ਆ ਵੀ ਕਿਹੜਾ ਬਦਮਾਸ਼ ਹੈ, ਕਿਹੜੀ ਉਹਦੀ ਪ੍ਰਾਪਰਟੀ ਕਿੰਨੀ ਹੈ, ਉਹਦੇ ਹੋਰ ਸਾਰੇ ਅਸੈਟਸ ਕਿੰਨੇ ਨੇ, ਜੁਰਮ ਕਿੰਨੇ ਕੀਤੇ ਨੇ, ਕਿੰਨਿਆਂ ਕੇਸਾਂ 'ਚ ਫਸਿਆ ਹੋਇਆ, ਤਾਂ ਕਿ ਲੋਕਾਂ ਨੂੰ ਡਰਾ ਧਮਕਾ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਡੀ ਪਾਰਟੀ ਨਾਲ ਬੰਦੇ ਨੂੰ ਜੋੜਤਾ ਜਾਏ। ਤੇ ਇਹੀ ਕੁਝ ਪਿਛਲੇ ਦਿਨਾਂ ਤੋਂ ਸਭ ਕੁਝ ਇਹੀ ਹੋ ਰਿਹਾ। ਇੱਕ ਦੂਜੇ ਦੀਆਂ ਘਾਟਾਂ ਕਮਜ਼ੋਰੀਆਂ ਨੂੰ ਜਿਹੜੀਆਂ ਉਹ ਬਾਹਰ ਕੱਢ ਕੇ ਆਪਣੀ ਮੰਜੀ ਥੱਲੇ ਸੋਟਾ ਨਹੀਂ ਫੇਰਨਾ, ਦੂਸਰੇ ਦੀਆਂ ਘਾਟਾਂ ਕਮਜ਼ੋਰੀਆਂ ਕੱਢਣੀਆਂ। ਕਿਸੇ ਨੇ ਗੱਲ ਕਹੀ, ਠੀਕ ਕਹੀ, ਵੀ ਜਿਹੜਾ ਕਿਸੇ ਦੇ ਘਾਟਾਂ ਕਮਜ਼ੋਰੀਆਂ ਦੀ ਪੇਸ਼ੀਕਾਰੀ ਕਰਦਾ, ਓਏ ਉਸ ਮੱਖੀ ਦੀ ਤਰ੍ਹਾਂ ਜਿਹੜੀ ਮੱਖੀ ਚੰਗੇ ਸਰੀਰ ਤੇ ਬਹਿਣ ਦੀ ਬਜਾਏ ਉਹ ਗੰਦ ਵਾਲੇ ਥਾਂ ਤੇ ਜ਼ਖਮ ਤੇ ਬੈਠਦੀ ਆ। ਜੀ ਉਹ ਜ਼ਖਮ ਤੇ ਬੈਠਦੀ ਹੈ, ਸਾਰੇ ਸਰੀਰ ਤੇ ਕਿਸੇ ਚੰਗੇ ਥਾਂ ਤੇ ਨਹੀਂ ਬੈਠਦੀ। ਉਸ ਬੰਦੇ ਦੀ ਤੁਲਨਾ ਜਿਹੜੀ ਆ ਉਹਦੇ ਨਾਲ ਕੀਤੀ ਗਈ ਆ। ਸੋ ਕਹਿਣ ਦਾ ਭਾਵ ਗਿੱਲ ਸਾਹਿਬ, ਇਹ ਜਿਹੜਾ ਲੈਣ ਦੇਣ ਜਿਹੜੇ ਅੱਜ ਵੰਡੇ ਜਾ ਰਹੇ ਨੋਟ, ਸ਼ਾਇਦ ਅੱਜ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਇਹ ਗੱਲ ਕਹਿੰਦਾ ਵੀ ਅਸੀਂ ਉਹਨਾਂ ਦੀ ਜਿਹੜੇ ਨਾਮਜ਼ਦਗੀ ਦੇ ਵੇਲੇ ਜਿਹੜੇ ਉਹਨਾਂ ਫਾਰਮ ਭਰੇ ਸੀ ਜਾਂ ਉਹਦੇ ਨਾਲ ਜਿਹੜੀਆਂ ITRਾਂ ਦੀਆਂ ਕਾਪੀਆਂ ਲਾਈਆਂ ਹੋਈਆਂ, ਅਸੀਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਕਿ ਕੀ ਇਹਨਾਂ ਨੇ ਆਪਣੀ ਜਾਇਦਾਦ ਦਾ ਵੇਰਵਾ ਇਹਦੇ ਅਕੋਰਡਿੰਗ ਸਹੀ ਭਰਿਆ ਕਿ ਨਹੀਂ ਭਰਿਆ। ਜੀ ਇਹੀ ਗੱਲ ਅੱਜ 4 ਮਹੀਨੇ ਤੋਂ ਪਹਿਲਾਂ ਅਸੀਂ ਮੰਗ ਕੀਤੀ ਸੀ ਵੀ ਅਗਰ ਜੇ ਕਿਸੇ ਦੀ ਤਫਤੀਸ਼ ਕੀਤੀ ਜਾਵੇ, ਉਹਦੇ ਕਾਗਜ਼ਾਂ ਦੀ ਪੜਤਾਲ ਕੀਤੀ ਜਾਵੇ, ਪਰ ਕੀਤੀ ਉਦੋਂ ਜਾਵੇ ਜਦੋਂ ਇਲੈਕਸ਼ਨ ਹੋਣ ਤੋਂ ਪਹਿਲਾਂ, ਤਾਂ ਕਿ ਉਹਨੂੰ ਡਿਸਚਾਰਜ ਕਰਕੇ ਉਹਦੀ ਨਾਮਜ਼ਦਗੀ ਰੱਦ ਕੀਤੀ ਜਾਵੇ, ਤਾਂ ਕਿ ਦੂਸਰਿਆਂ ਨੂੰ ਵੀ ਇਹ ਗੱਲ ਦੀ ਸਬਕ ਮਿਲੇ। ਪਰ ਇਦਾਂ ਕਰ ਨਹੀਂ ਸਕਦੇ ਤੁਸੀਂ। ਸਰਕਾਰ ਤੋਂ ਆਸ ਨਹੀਂ ਕੀਤੀ ਜਾ ਸਕਦੀ, ਸਿਸਟਮ ਤੋਂ ਆਸ ਨਹੀਂ ਕੀਤੀ ਜਾ ਸਕਦੀ। ਸੋ ਕਹਿਣ ਦਾ ਭਾਵ ਹਰ ਥਾਂ ਦੇ ਉੱਤੇ, ਚਾਹੇ ਤੁਸੀਂ ਗੁਰਦਾਸਪੁਰ ਦੀ ਇਲੈਕਸ਼ਨ ਦੀ ਗੱਲ ਕਰ ਲਓ, ਅੰਮ੍ਰਿਤਸਰ ਦੀ ਗੱਲ ਕਰ ਲਓ, ਪਟਿਆਲੇ ਦੀ ਗੱਲ ਕਰ ਲਓ, ਕਿਤੇ ਵੀ ਕਰ ਲਓ, ਇਸ ਢੰਗ ਦਾ ਲੋਕਾਂ ਨੇ ਪ੍ਰਚਾਰ ਸ਼ੁਰੂ ਕੀਤਾ ਹੋਇਆ, ਚਾਹੇ ਜਿੱਦਾਂ ਦੀ ਮਰਜ਼ੀ ਕੋਲ ਕਚੋਲਾ ਚੱਲਿਆ ਹੋਇਆ ਸਭ ਕੁਝ, ਉਹ ਵੰਡ ਵੰਡਾਈਆਂ ਚੱਲੀਆਂ ਹੋਈਆਂ ਨੇ, ਪਰ ਸਿਧਾਂਤ ਕਿਸੇ ਕੋਲ ਵੀ ਨਹੀਂ ਹੈਗਾ। ਪੰਜਾਬ ਦੇ ਵਿਕਾਸ ਦੀ ਗੱਲ ਕਿਤੇ ਨਹੀਂ ਹੈਗੀ, ਕਿਤੇ ਪੰਜਾਬ ਦੇ ਖਜ਼ਾਨੇ ਨੂੰ ਭਰਨ ਦੀ ਗੱਲ ਕਿਤੇ ਨਹੀਂ ਹੈਗੀ, ਸੁਧਾਰ ਵੱਲ ਕਿਤੇ ਨਹੀਂ ਗਏ। ਸਿਰਫ ਮਾਡਲ ਲਈ ਫਿਰਦੇ ਨੇ, ਕੋਈ ਪੰਜਾਬ ਮਾਡਲ, ਕੋਈ ਦਿੱਲੀ ਮਾਡਲ, ਕੋਈ ਹੋਰ ਕੋਈ ਮਾਡਲ, ਕੋਈ ਕੈਲੀਫੋਰਨੀਆ ਬਣਾਉਣਾ ਚਾਹੁੰਦਾ, ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦੇਣਾ ਚਾਹੁੰਦਾ। ਸੋ ਜੇ ਆਪਾਂ ਪੜਤਾਲ ਨਾਲ ਚੱਲਦੇ ਹਾਂ ਤੇ ਅੱਜ ਭਾਜਪਾ ਜਿਹੜੀ ਹੈ, ਇੱਕ ਨਵੀਂ ਗੱਲ ਜਿਹੜੀ ਹੈ ਭਾਜਪਾ ਵਾਲੀ ਵੀ ਹੈ, ਇਹ ਸਾਰੀ ਭਾਜਪਾ ਹੁਣ ਇਹ ਗੱਲ ਕਹਿੰਦੀ ਹੈ ਵੀ ਪੰਜਾਬ ਜੇ ਬਚ ਸਕਦਾ ਤਾਂ ਸਾਡੀ ਸੋਚ ਦੇ ਨਾਲ ਬਚ ਸਕਦਾ। ਜੇ ਭਾਜਪਾ ਇਸ ਗੱਲ ਦੀ ਦਾਅਵਾ ਕਰੇ ਤੇ ਕੱਲ ਦੀ ਗੱਲ ਕਰ ਲੈਂਦੇ ਆਪਾਂ ਕੇਜਰੀਵਾਲ ਦੀ। ਕੇਜਰੀਵਾਲ ਪਹਿਲਾਂ ਤਾਂ ਭਾਜਪਾ ਦੇ ਖਿਲਾਫ ਬੋਲਦਾ ਰਿਹਾ, ਔਰ ਕੱਲ ਇਹ ਕਹਿੰਦਾ ਵੀ ਅਸੀਂ ਜੇ ਸਾਡੀ ਸਰਕਾਰ ਬਣ ਗਈ ਤੇ ਅਸੀਂ ਕੇਂਦਰ ਦੀ ਸਰਕਾਰ ਨਾਲ ਮਿਲ ਕੇ ਕੰਮ ਕਰਾਂਗੇ। ਕਿਆ ਬਾਤ ਹੈ ਲਹਿਲ ਸਾਹਿਬ, ਬੜਾ ਅੱਛਾ ਪੁਆਇੰਟ ਸੀ ਇਹ। ਸੋ ਮੈਨੂੰ ਆਇਆ ਸੀ ਵੀ ਸ਼ਾਇਦ ਵੀ ਮੈਂ ਹੀ ਨੋਟਿਸ ਕੀਤੀ ਗੱਲ ਹੈ, ਤੁਸੀਂ ਵੀ ਨੋਟਿਸ ਕੀਤੀ ਗੱਲ ਹੈ। ਨੋਟਿਸ ਇਹ ਕਰ ਕੀਤੀ ਵੀ ਮੈਂ ਉਹਦੀ ਸੋਚ ਦੀ ਗੱਲ ਕਰਦਾ। ਮੇਰਾ ਜਿਹੜਾ ਇਹ ਡਿਬੇਟ ਹੈ, ਮੈਂ ਕਿਸੇ ਆਰਥਿਕਤਾ ਤੇ ਜਾਂ ਕਿਸੇ ਨਿੱਜੀ ਕਿਸੇ ਦੀ ਲੜਾਈ ਤੇ ਨਹੀਂ ਕਰਦਾ, ਮੈਂ ਉਹਦੇ ਸਿਧਾਂਤ ਦੀ ਗੱਲ ਕਰਦਾ ਵੀ ਜਿਹੜਾ ਬੰਦਾ ਹਰ ਦੂਜੇ ਦਿਨ ਬਾਅਦ ਆਪਣੇ ਬੋਲਾਂ 'ਚ ਆਪਣੀ ਸਟ੍ਰੈਟਜੀ ਚੇਂਜ ਕਰ ਲੈਂਦਾ, ਉਹ ਪੰਜਾਬ ਦਾ ਵਿਕਾਸ ਨਹੀਂ ਕਰ ਸਕਦਾ। ਪੰਜਾਬ ਦੀ ਸਟ੍ਰੈਟਜੀ ਸਿਰਫ ਇੱਕ ਹੋਣੀ ਚਾਹੀਦੀ ਹੈ ਵੀ ਇਹ ਪੰਜਾਬ ਨੂੰ ਇਸ ਢੰਗ ਦੇ ਨਾਲ ਮੈਂ ਜਿਹੜਾ ਅੱਗੇ ਲੈ ਕੇ ਜਾਊਂ। ਠੀਕ ਹੈ, ਕਿਸੇ ਸਿਆਣੇ ਨੇ ਕਿਹਾ ਵੀ ਕਿਸੇ ਵੱਡੇ ਦੁਸ਼ਮਣ ਨੂੰ ਹਾਰ ਦੇਣ ਵਾਸਤੇ ਇਹ ਨਿੱਕੇ ਨਿੱਕੇ ਜਿਹੜੇ ਦੁਸ਼ਮਣ ਹੈ ਉਹਨਾਂ ਨੂੰ ਯਾਰ ਬਣਾ ਲੈਣਾ ਚਾਹੀਦਾ। ਕਿਉਂ? ਇਹਦੇ ਪਿੱਛੇ ਇੱਕ ਰੀਜ਼ਨ ਹੈ। ਵੱਡੇ ਦੋਸਤ ਨੂੰ ਵੱਡੇ ਦੁਸ਼ਮਣ ਨੂੰ ਟੱਕਰ ਦੇਣੀ ਬਹੁਤ ਔਖੀ ਹੈ। ਉਹ ਨਿੱਕੇ ਨਿੱਕੇ ਜਿਹੜੇ ਦੁਸ਼ਮਣ ਨੇ ਇਹ ਤਾਂ ਜਦੋਂ ਮਰਜ਼ੀ ਮਾਰੇ ਜਾ ਸਕਦੇ ਨੇ। ਸੋ ਉਹਨਾਂ ਨੂੰ ਚੰਦ ਸਮਿਆਂ ਲਈ ਦਾ ਪੇਜ ਖੇਡ ਕੇ ਚੰਦ ਸਮਿਆਂ ਲਈ ਚੰਦ ਦਿਨਾਂ ਲਈ ਯਾਰ ਬਣਾ ਲਓ। ਰਾਜਨੀਤਿਕ ਲੋਕਾਂ ਨੇ ਇਹ ਰਾਹ ਅਪਣਾਇਆ ਹੋਇਆ ਜੀ, ਔਰ ਇਸੇ ਰਾਹ ਤੇ ਚੱਲ ਕੇ ਅੱਜ ਪੰਜਾਬ ਦਾ ਅਖਾੜਾ ਬਣਾਇਆ ਪਿਆ। ਤੁਹਾਡੀ ਗੱਲ ਸੁਣੋ, ਇਹ ਸਿਰਫ ਤੇ ਸਿਰਫ 20 ਤਰੀਕ ਸ਼ਾਮ ਤੱਕ ਇਹਨਾਂ ਭੱਦਰ ਪੁਰਸ਼ਾਂ ਦੇ ਸਾਈਂ ਜਿਹੜੇ ਦਰਸ਼ਨ ਹੁੰਦੇ ਰਹਿਣਗੇ ਤੇ ਉਸ ਵੇਲੇ ਰੱਬ ਸੋਚੂਗਾ
ਵੀ ਭਲਿਓ ਮਾਨਸੋ ਵੀ ਇਹ ਅੱਜ ਮੇਰੇ ਇਨਸਾਨ ਨੂੰ ਲੁੱਟ ਕੇ, ਅੱਜ ਮੇਰੇ ਇਨਸਾਨ ਨੂੰ ਉਹਨਾਂ ਕੋਲ ਗੂਠਾ ਲਵਾ ਕੇ ਜਾਂ ਉਹਦੀ ਵੋਟ ਪਵਾ ਕੇ ਉਹਨੂੰ ਖੁੱਲਿਆ ਛੱਡ ਦਿੱਤਾ। ਉਹ ਤੁਸੀਂ ਭੜਵਿਓ ਮੈਨੂੰ ਤੇ ਬਖਸ਼ ਲੈਂਦੇ, ਮੇਰਾ ਨਾਂ ਲੈ ਕੇ ਮੇਰੀ ਪੂਜਾ ਕਰਕੇ ਕਿਸੇ ਨੇ ਜੋਤਿਸ਼ ਨੂੰ ਹੱਥ ਵਿਖਾਉਣੇ ਨੇ, ਕਿਸੇ ਨੇ ਘਰੇ ਹਵਨ ਕਰਾਉਣਾ ਹੈ, ਕਿਸੇ ਨੇ ਕੁਝ ਕਰਾਉਣਾ। ਜਿਸ ਹਿੰਦੁਸਤਾਨ ਦੇ ਲੀਡਰ ਇੱਕ ਪਾਸੇ ਵਿਗਿਆਨ ਜਿਹੜਾ ਉਹ ਚੰਦਰਮਾ ਤੇ ਜਾ ਰਿਹਾ, ਇੱਕ ਪਾਸੇ ਬ੍ਰਹਿਮੰਡ ਦੇ ਵਿੱਚ ਆਪਣੇ ਗਤੀਵਿਧੀਆਂ ਚਾਲੂ ਹੋਈਆਂ ਨੇ, ਧਰਤੀ ਦੇ ਥੱਲੇ ਜਿਹੜੀ ਆ ਉਹ ਧਰਤੀ ਦੇ ਸਮੁੰਦਰ ਦੇ ਥੱਲੇ ਦੁਨੀਆ ਨਵੀਂ ਵਿਛ ਰਹੀ ਹੈ। ਪਰ ਸਾਡੇ ਰਾਜਨੀਤਿਕ ਲੋਕ ਸਿਰਫ ਤੇ ਸਿਰਫ ਅਜੇ ਮੜੀਆਂ ਤੇ ਦੀਵਾ ਜਗਾਉਣ ਦੀ ਸੋਚ ਰੱਖਦੇ ਨੇ ਜੀ। ਜਦ ਤੱਕ ਸਾਡੀ ਸੋਚ ਹੀ ਉਹ ਮੜੀਆਂ ਤੇ ਦੀਵੇ ਜਗਾਉਣ ਵਾਲੀ ਹੈ, ਸਾਡੀ ਸੋਚ ਹੀ ਅਜੇ 14ਵੀਂ ਸਦੀ ਜਾ ਰਹੀ ਹੈ, ਸਾਡੀ ਸੋਚ ਹੀ ਅਜੇ ਭਾਵਨਾ ਤੇ ਖੜੀ ਹੈ, ਦੀਵੇ ਜਗਾਉਣ ਤੇ ਖੜੀ ਹੈ, ਅੱਖਾਂ ਮੀਟ ਕੇ ਮੰਤਰ ਕਰਨ ਤੇ ਖੜੀ ਹੈ। ਉਹ ਪੰਜਾਬ ਦਾ ਵਿਕਾਸ ਕਿਵੇਂ ਕਰ ਸਕਦੀ ਹੈ? ਪੰਜਾਬ ਦਾ ਵਿਕਾਸ ਤੇ ਪੰਜਾਬ ਦੀ ਸੋਚ ਔਰ ਵਿਗਿਆਨਕ ਤਰੀਕੇ ਨਾਲ ਕੀਤਾ ਜਾ ਸਕਦਾ। ਸੋ ਇਸ ਕਰਕੇ ਇਹ ਰਾਜਨੀਤਿਕ ਲੋਕ ਜਿਹੜੇ ਨੇ ਗਿੱਲ ਸਾਹਿਬ, ਇਹਨਾਂ ਦਾ ਇਹ ਟ੍ਰੈਂਡ ਹੈ ਤੇ ਇਸ ਟ੍ਰੈਂਡ 'ਚ ਸਾਡੇ ਜਿਹੜੇ ਗਰੀਬ ਲੋਕ ਨੇ, ਮਾਤੜ ਲੋਕ ਨੇ, ਜਿਹੜੇ ਅਜੇ ਬੜੇ ਵਿਰਵਰੇ ਨੇ। ਕਈ ਵਾਰ ਤੁਸੀਂ ਇਹ ਗੱਲ ਕਹੀ ਹੈ ਵੀ ਉਹਨਾਂ ਨੂੰ ਤੇ ਆਟੇ ਦੀ ਲੋੜ ਹੈ, ਉਹਨਾਂ ਨੂੰ ਤੇ ਘਰ ਦੇ ਛੱਤ ਦੀ ਲੋੜ ਹੈ, ਉਹਨਾਂ ਨੂੰ ਤੇ ਆਪਣੇ ਬੱਚੇ ਦੀ ਫੀਸ ਤਾਰਨ ਦਾ ਫਿਕਰ ਪਿਆ। ਉਹਦਾ ਬੰਦਾ ਬਿਮਾਰ ਹੋ ਜੇ ਤੇ ਬਿਮਾਰ ਹੋਏ ਨੂੰ ਦਵਾਈ ਨਹੀਂ ਮਿਲਦੀ, ਉਹਨੂੰ ਫਿਕਰ ਪਿਆ। ਕਿਸੇ ਨੂੰ ਆਪਣੇ ਜਿਹੜੀ ਇਸ ਕੱਪੜੇ ਲੀੜੇ ਦਾ ਫਿਕਰ ਪਿਆ। ਕਿਤੇ ਜਾ ਕੇ ਬਾਹਰ ਇਹਨਾਂ ਰਾਜਨੀਤਿਕ ਲੋਕਾਂ ਨੂੰ ਪੁੱਛੋ, ਉਹ ਚਾਹ ਵਾਲੀਆਂ ਦੁਕਾਨਾਂ, ਉਹ ਸੜਕ ਤੇ ਬੈਠੇ ਜਿਹੜੇ ਸਬਜ਼ੀ ਵੇਚ ਰਹੇ ਨੇ, ਆਮ ਬੰਦੇ ਉਹ ਨੇ। ਉਹਨਾਂ ਬੰਦਿਆਂ ਦੀ ਜ਼ਿੰਦਗੀ ਨੂੰ ਜੇ ਤੁਸੀਂ ਬਦਲਣਾ ਚਾਹੁੰਦੇ ਹੋ ਤੇ ਇਹ ਤੁਹਾਡਾ ਰਾਹ ਆ ਜੀ ਲਾਲ ਸਾਹਿਬ। ਇਹ ਰਾਹ ਕੋਈ ਸਹੀ ਰਾਹ ਨਹੀਂ ਹੈ। ਸਹੀ ਢੰਗ ਨਾਲ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਅੱਗੇ ਆਓ ਜੀ। ਅਕਬਰ ਰਾਜਾ ਹੋਇਆ ਜੀ, ਤੁਹਾਨੂੰ ਵੀ ਪਤਾ, ਪੂਰੀ ਦੁਨੀਆ ਨੂੰ ਪਤਾ ਹੈ। ਬਿਲਕੁਲ। ਅਕਬਰ ਦੀ ਤੋਂ ਜਿਹੜੀ ਆਵਾਮ ਸੀ ਨਾ, ਖੁਸ਼ ਨਹੀਂ ਸੀ ਜੀ। ਇੱਕ ਵਾਰੀ ਅਕਬਰ ਨੇ ਕਿਹਾ ਵੀ ਮੈਂ ਨਾ ਭੇਸ ਬਦਲ ਕੇ ਆਵਾਮ ਦੇ ਵਿੱਚ ਜਾਵਾਂ ਤੇ ਦੇਖਾਂ ਤਾਂ ਸੀ ਵੀ ਆਵਾਮ ਮੇਰੇ ਬਾਰੇ ਸੋਚਦੀ ਕੀ ਹੈ ਜੀ। ਆਵਾਮ ਗਾਲਾਂ ਕੱਢੇ ਵੀ ਬੜਾ ਘਮੰਡੀ ਹੈ ਰਾਜਾ, ਬੜਾ ਹੁਕਮਰਾਨ ਹੈ, ਬੜਾ ਉਹ ਜੁਰਮ ਕਮਾਉਂਦਾ, ਤੰਗ ਕਰਦਾ, ਇੱਕ ਜੱਜੀਆ ਲਾਉਂਦਾ, ਉਹ ਵਸੂਲ ਕਰਦੇ ਸੀ, ਉਹ ਪੈਸਾ ਵਸੂਲ ਕਰਦੇ ਸੀ। ਔਰ ਜ਼ਿਮੀਂਦਾਰ ਜਿਹੜੇ ਲੋਕ ਸੀ ਉਹ ਦੇਣ ਦੇ ਅਸਮਰਥ ਸੀ। ਜਦੋਂ ਉਹਨੇ ਆਪਣੇ ਵਾਪਸ, ਜਦੋਂ ਗਾਲਾਂ ਗੂਲਾਂ ਖਾ ਕੇ ਵਾਪਸ ਗਿਆ ਆਪਦੇ ਰਾਜ ਮਹਿਲ ਦੇ ਵਿੱਚ, ਤਾਂ ਉਹਨੇ ਐਲਾਨ ਕੀਤਾ ਵੀ ਜਿਹੜਾ ਇਹ ਵਸੂਲਦੇ ਆਪਾਂ ਮਹੀਨਾਵਾਰ, ਇਹ ਬੰਦ ਕਰ ਦਿੱਤਾ ਜਾਵੇ। ਬੜੇ ਉਹਨੇ ਦਰਬਾਰੀਆਂ ਨੇ ਬੜਾ ਵਿਰੋਧ ਕੀਤਾ ਵੀ ਗੱਡੀ ਕਿਵੇਂ ਚੱਲੂ, ਖਜ਼ਾਨਾ ਕਿਵੇਂ ਭਰੂਗਾ। ਉਹ ਕਹਿੰਦਾ ਖਜ਼ਾਨੇ ਨੂੰ ਮਾਰੋ ਗੋਲੀ, ਜੇ ਮੇਰੀ ਆਵਾਮ, ਮੇਰੀ ਰਾਏ ਜਿਹੜੀ ਰਿਆਏ ਹੈ ਉਹੀ ਦੁਖੀ ਹੈ ਤੇ ਫਿਰ ਮੈਂ ਕਾਹਦਾ ਰਾਜਾ ਜੀ। ਐਮਐਲਏ ਕੇ ਰਾਜੇ ਵਰਗਾ ਹੁੰਦਾ ਹੈ। ਬਿਲਕੁਲ ਠੀਕ ਹੈ। ਐਮਐਲਏ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੀ ਕਨਸਟੀਚੁਐਂਸੀ ਵਿੱਚ ਗਰੀਬਾਂ ਕੋਲ ਟੁੱਟੇ ਮਕਾਨ ਪਏ ਨੇ। ਕੀ ਐਮਐਲਏ ਨੂੰ ਇਹ ਨਹੀਂ ਪਤਾ ਹੁੰਦਾ ਕਿ ਫਲਾਨੇ ਘਰ ਦੇ ਵਿੱਚ ਕੋਈ ਵਿਧਵਾ ਰਹਿੰਦੀ ਹੈ, ਫਲਾਨੇ ਪਿੰਡ ਦੇ ਵੋਟ ਲੈਣ ਵੇਲੇ ਉਹਨੂੰ ਪਤਾ ਹੈ, ਵੋਟ ਲੈਣ ਵੇਲੇ ਉਸ ਲੀਡਰ ਨੂੰ ਪਤਾ, ਉਸ ਕਰਪਟ ਲੀਡਰ ਨੂੰ ਪਤਾ ਹੈ ਕਿ ਫਲਾਨੀ ਵਿਧਵਾ, ਫਲਾਨਾ ਬੇਸਹਾਰਾ ਪਰਿਵਾਰ ਕਿਹੜੇ ਘਰ ਵਿੱਚ ਰਹਿੰਦਾ, ਕਿਉਂਕਿ ਉਹਦੇ 2 ਵੋਟਾਂ ਪਈਆਂ ਨੇ। ਲੇਕਿਨ ਜਦੋਂ ਉਹਦੇ ਮਕਾਨ ਦੀ ਛੱਤ ਪਵਾਉਣੀ ਹੁੰਦੀ ਹੈ, ਜਾਂ ਉਹਨੂੰ ਪੈਨਸ਼ਨ ਲਵਾਉਣ ਦੀ ਗੱਲ ਆਉਂਦੀ ਹੈ, ਜਾਂ ਉਹਦੀ ਦਵਾ ਦਾਰੂ ਇਲਾਜ ਦੀ ਗੱਲ ਆਉਂਦੀ ਹੈ, ਤਾਂ ਜੇ ਕਿਤੇ ਐਮਐਲਏ ਨੂੰ ਕਿਤੇ ਸਵਾਲ ਪੁੱਛ ਲਈਏ ਵੀ ਤੁਹਾਡੇ ਪਿੰਡ ਦੇ ਵਿੱਚ ਇੱਕ ਜੀ ਬੜਾ ਗਰੀਬ ਪਰਿਵਾਰ ਆ, ਉਹਨੇ ਕਿਹੜਾ ਯਾਰ ਮੇਰੇ ਨੋਟਿਸ ਵਿੱਚ ਨਹੀਂ ਸੀ ਇਹ ਗੱਲ, ਮੈਂ ਆਪਣੇ ਤੁਸੀਂ ਐਂ ਕਰੋ ਮੇਰੇ ਪੀਏ ਦੇ ਨੋਟਿਸ ਵਿੱਚ ਲਿਆ ਦਿਓ, ਪੀਏ ਫਿਰ ਮੈਂ ਗੱਲ ਕਰ ਲੂੰਗਾ। ਇੱਕ ਤਾਂ ਜਿਹੜੇ ਚਮਚੇ ਰੱਖੇ ਹੋਏ ਨਾ, ਚਮਚੇ ਕੜਛੇ ਰੱਖੇ ਹੋਏ ਨੇ, ਮੋਬਾਈਲ ਕੈਨੇਡਾ ਆਪਾਂ ਗਏ ਆ, ਪ੍ਰਧਾਨ ਮੰਤਰੀ ਆਪਣਾ ਫੋਨ ਆਪ ਚੱਕਦਾ, ਬਿਲਕੁਲ ਮੀਂਹ ਪੈਂਦਾ ਵਾ ਛਤਰੀ ਆਪਣੀ ਆਪ ਲੈਂਦਾ। ਇੱਥੇ ਸਾਡਾ ਲੀਡਰ ਆਪਣੇ ਫੋਨ ਫੜਾਉਣ ਵਾਸਤੇ, ਆਪਣੀ ਡਾਇਰੀ ਫੜਾਉਣ ਵਾਸਤੇ 2 ਚੇਲੇ ਨਾਲ ਪੱਕੇ ਰੱਖਦਾ। ਉਹ ਦੱਸਣਗੇ ਵੀ ਸਵੇਰੇ ਐਮਐਲਏ ਸਾਹਿਬ ਕਿੱਥੇ ਜਾਣਾ, ਕਿੱਥੇ ਗੇੜਾ ਦੇਣਾ ਐਮਐਲਏ ਸਾਹਿਬ ਨੂੰ। ਕਿਉਂ ਕੀ ਗੱਲ, ਐਮਐਲਏ ਸਾਹਿਬ ਪੜ੍ਹੇ ਲਿਖੇ ਨਹੀਂ, ਜਾਂ ਐਮਐਲਏ ਸਾਹਿਬ ਝਰੀਟ ਨਹੀਂ ਮਾਰ ਸਕਦੇ ਵੀ ਕੱਲ ਦਾ ਸ਼ਡਿਊਲ ਕੀ ਹੈ। ਕੀ ਐਮਐਲਏ ਸਾਹਿਬ ਪਿੰਨ ਜਾਂ ਮੋਬਾਈਲ ਨਹੀਂ ਰੱਖ ਸਕਦੇ, ਵਟਸਐਪ ਨਹੀਂ ਰੱਖ ਸਕਦੇ? ਸ਼ਰਮ ਕਰੋ ਯਾਰ, ਸ਼ਰਮ ਕਰੋ। ਜੇ ਮੇਰੇ ਹਿਸਾਬ ਨਾਲ ਪਤਾ ਕੀ ਹੋਵੇ ਜੀ, ਮੈਂ ਤਾਂ ਕਹਿੰਦਾ ਪੰਜਾਬ ਦਾ ਲੋਕ ਕੋਈ ਬੰਦਾ ਵੋਟ ਪਾਉਣੀ ਨਹੀਂ ਜਾਵੇ, ਤਹਈਆ ਕਰ ਲਏ ਪੰਜਾਬ ਦੀ ਆਵਾਮ ਕਿ ਵੋਟੇ ਨਹੀਂ ਪਾਉਣੀਆਂ, ਨੋਟਾ ਜਿਹੜਾ ਹੁੰਦਾ ਨਾ ਬਟਨ ਵੀ ਸਾਨੂੰ ਕੋਈ ਬੰਦਾ ਪਸੰਦ ਨਹੀਂ ਹੈ, ਉਹ ਦੱਬ ਕੇ ਆਉਣ। ਅਕਲ ਟਿਕਾਣੇ ਆ ਜੂ ਪੰਜਾਬ ਦੇ ਲੀਡਰਾਂ ਦੀ। ਅਕਲ ਟਿਕਾਣੇ ਤਾਂ ਵੈਸੇ ਹੁਣ ਲਿਆਂਦੀ ਪਈ ਹੈ ਸਾਹਿਬ। ਇਹ ਉਦਣ ਹੋਊਗਾ ਜਦੋਂ ਲੋਕ ਜਾਗਣਗੇ। ਲੋਕ ਜਾਗਣਗੇ ਕਦੋਂ ਲਹਿਲ ਸਾਹਿਬ? ਲੋਕ ਇਹ ਜਗਾਉਣੇ ਪੈਣਗੇ। ਜੇ 1947 ਚ ਭਾਰਤ ਆਜ਼ਾਦ ਦੀ ਗੱਲ ਕਰਦੇ ਆ ਤੇ ਵਰਿਆਂ ਤੋਂ
ਉਹਨਾਂ ਗਦਰੀ ਪਾਰਟੀਆਂ ਨੂੰ ਬਾਬਿਆਂ ਨੂੰ ਪੁੱਛੋ, ਉਹ ਗਦਰੀ ਲਹਿਰ ਵਾਲਿਆਂ ਨੂੰ ਪੁੱਛੋ। ਉਹ ਭਗਤ ਸਿੰਘ ਅੱਜ ਵੀ ਕੁਰਲਾ ਕੇ ਕਹਿ ਰਿਹਾ ਉੱਤੇ ਬੈਠਾ ਵੀ ਲੋਕੋ ਸਮਝੋ, ਮੈਂ ਇਸ ਕਰਕੇ ਹਿੰਦੁਸਤਾਨ ਆਜ਼ਾਦ ਵਾਸਤੇ ਕੁਰਬਾਨੀ ਨਹੀਂ ਸੀ ਦਿੱਤੀ, ਮੈਂ ਤਾਂ ਇਸ ਕਰਕੇ ਕੁਰਬਾਨੀ ਦਿੱਤੀ ਸੀ ਵੀ ਤੁਸੀਂ ਆਜ਼ਾਦ ਹੋ ਜਾਓਗੇ, ਮਾਨਸਿਕ ਤੌਰ ਤੇ ਵੀ, ਜੇਨੀਅਤ ਤੌਰ ਤੇ ਵੀ ਔਰ ਸਰੀਰਕ ਤੌਰ ਤੇ ਵੀ। ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਨੂੰ ਰੋਕਣ ਵਾਸਤੇ ਮੈਂ ਕੁਰਬਾਨੀ ਦਿੱਤੀ ਸੀ ਕਿ ਮੈਨੂੰ ਨਹੀਂ ਸੀ ਪਤਾ ਵੀ ਮੇਰੇ ਨੇ ਹੀ ਪੰਜਾਬ ਨੂੰ ਲੁੱਟਣਾ। ਜਿੱਥੋਂ ਤੱਕ ਮੈਂ ਕਈ ਵਾਰ ਗਿੱਲ ਸਾਹਿਬ ਗੱਲ ਹੋਰ ਕਰਨੀ ਹੈ, ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਜਾਂ ਪੰਜਾਬ ਦੀਆਂ ਸਰਕਾਰਾਂ ਨੇ ਜੀ ਮੌਜੂਦਾ, ਉਹਨਾਂ ਦੇ ਬਿਆਨ ਆਉਂਦੇ ਨੇ ਵੀ ਅਸੀਂ ਪੰਜਾਬ ਨੂੰ ਅਗਲੀ ਜਿਹੜੀ ਸਦੀ ਹੈ ਉਹ 'ਚ ਹੱਸਦਾ ਵਸਦਾ ਵੇਖਣਾ ਚਾਹੁੰਦੇ ਹਾਂ। ਇਹ ਭਾਜਪਾ ਦੀ ਇੱਕ ਨੀਤੀ ਹੈ। ਬੰਦਾ ਇਹਨੂੰ ਇਨਸਾਨ ਇਹ ਗੱਲ ਪੁੱਛੇ, ਬੰਦਾ ਪੁੱਛੇ ਉਸ ਵਜ਼ਾਰਤ ਨੂੰ ਵੀ 10 ਸਾਲ ਤੱਕ ਤੁਸੀਂ ਪੰਜਾਬ ਨੂੰ ਹਰਿਆ ਭਰਿਆ ਕਿਉਂ ਨਹੀਂ ਕੀਤਾ ਜੀ, ਉਦੋਂ ਵਸਦਾ ਕਿਉਂ ਨਹੀਂ ਕੀਤਾ। ਅੱਜ ਤੁਸੀਂ ਇੱਥੇ ਆ ਗਏ ਹੋ 10 ਸਾਲਾਂ ਬਾਅਦ ਤੇ ਇੱਕ ਦਿਨ ਇਹ ਗੱਲ ਕਹਿ ਕੇ ਚਲੇ ਗਏ ਹੋ ਅਖਬਾਰਾਂ 'ਚ ਅਸੀਂ ਪੰਜਾਬ ਨੂੰ ਹਰਿਆ ਭਰਿਆ ਵੇਖਣਾ ਚਾਹੁੰਦੇ ਹਾਂ। ਦੂਸਰੇ ਪਾਸੇ ਕਾਂਗਰਸ ਇਹ ਗੱਲ ਕਹਿੰਦੀ ਹੈ, ਇਹ ਗੱਲ ਦਾਅਵਾ ਕਰਦੀ ਹੈ ਕਿ ਸਾਨੂੰ ਅਗਲੇ 5 ਸਾਲ ਦਾ ਮੌਕਾ ਦਿਓ ਕਿਉਂਕਿ ਅਸੀਂ 111 ਦਿਨ ਪੰਜਾਬ ਲਈ ਲੋਕਾਂ ਲਈ ਕੀਤੇ ਆ। ਉਹ ਲੋਕੋ ਪੰਜਾਬ ਦਿਓ ਤੇ ਪੁੱਛੋ ਵੀ ਜਿਹੜੇ ਪਹਿਲੇ 15 ਸਾਲ ਸੀ ਉਸ ਮੁੱਖ ਮੰਤਰੀ ਦੇ, ਜਦੋਂ MLA ਜਾਂ ਮੰਤਰੀ ਸੀ, ਉਸ ਵੇਲੇ 15 ਸਾਲ ਕਿਉਂ ਨਹੀਂ ਕੁਝ ਕੀਤਾ। ਉਦੋਂ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਬੈਠੇ ਸੀ ਤੁਸੀਂ, ਉਦੋਂ ਕਿਉਂ ਨਹੀਂ ਕੀਤਾ। ਇਹ ਬਿਆਨ ਦੇ ਦੇਣਾ ਕਿ ਪੰਜਾਬ ਦੇ ਅੰਦਰ ਭਈਏ ਆ ਰਹੇ ਨੇ, ਪੰਜਾਬ 'ਚ ਯੂਪੀ ਦੇ ਭਈਏ ਆਣ ਕੇ ਰਾਜ ਕਰਨਗੇ, ਇੱਕ ਨਵਾਂ ਕਲੇਸ਼ ਖੜਾ ਕਰ ਦੇਣਾ ਪੰਜਾਬ ਦੇ ਲੋਕਾਂ ਲਈ। ਉਸ ਮਿਨੋਰਟੀ ਦੀ ਜਿਸ ਪੰਜਾਬ ਦੇ ਸਾਰੀ ਦੁਨੀਆ ਦੇ ਵਿੱਚ ਹਰ ਥਾਂ ਦੇ ਉੱਤੇ ਪੰਜਾਬੀ ਬੈਠੇ ਨੇ, ਉਹਨਾਂ ਪੰਜਾਬੀਆਂ ਵਾਸਤੇ ਇੱਕ ਨਵਾਂ ਕ੍ਰੀਏਟ ਸਿਆਪਾ ਕਰ ਦਿੱਤਾ। ਸ਼ਾਇਦ ਇਹਨਾਂ ਨੂੰ ਯਾਦ ਹੋਊਗਾ 1984 ਦੇ ਦੰਗੇ। ਜੇ ਕਿਤੇ ਇਹਨਾਂ ਲੀਡਰਾਂ ਦੇ ਬੰਦੇ ਜਿਹੜੇ ਪੰਜਾਬ ਦੇ ਨੇ, ਜੇ ਕਿਤੇ ਯੂਪੀ, ਬਿਹਾਰ, ਬਕਾਰੋ ਜਾਂ ਝਾਰਖੰਡ ਜਾਂ ਹੋਰਨਾਂ ਥਾਵਾਂ ਤੇ ਉੜੀਸਾ ਦੇ ਸ਼ਹਿਰਾਂ 'ਚ ਜੇ ਕਿਤੇ ਰਹਿੰਦੇ ਹੁੰਦੇ ਤੇ ਅੱਜ ਕਿਤੇ ਬਿਆਨ ਨਾ ਦਿੰਦੇ ਵੀ ਭਈਏ ਆਣ ਕੇ ਇੱਥੇ ਰਾਜ ਕਰਨਾ ਚਾਹੁੰਦੇ ਨੇ। ਸਾਡੇ ਸਾਰੇ ਸੰਸਾਰ ਦੇ ਅੰਦਰ ਕਿੱਥੇ ਪੰਜਾਬੀ ਬੈਠੇ ਨੇ, ਉਹ ਕਿਸੇ ਨਾ ਕਿਸੇ ਸਦਨ ਦੇ ਉੱਥੇ ਮੈਂਬਰ ਨੇ, ਕਿਸੇ ਨਾ ਕਿਸੇ ਕੌਂਸਲ ਦੇ ਮੈਂਬਰ ਨੇ, ਕਿਸੇ ਨਾ ਕਿਸੇ ਪਿੰਡ ਦੇ ਸਰਪੰਚ ਨੇ, ਕਿਸੇ ਨਾ ਕਿਸੇ ਅਦਾਰੇ ਦੇ ਜ਼ਿੰਮੇਵਾਰ ਬੰਦੇ ਨੇ। ਅਗਰ ਇਸ ਤਰ੍ਹਾਂ ਦੇ ਬਿਆਨ ਦੇ ਕੇ ਆਪਾਂ ਲੋਕਾਂ ਦੀਆਂ ਵੋਟਾਂ ਨੂੰ ਹਾਸਲ ਕਰਨਾ ਚਾਹੁੰਦੇ ਆ ਪਰ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦੇ ਆ, ਸੋ ਇਸ ਕਰਕੇ ਇਹੋ ਜਿਹੇ ਬਿਆਨਾਂ ਤੋਂ ਲੋਕਾਂ ਨੂੰ ਮੂੰਹ ਮੋੜ ਲੈਣਾ ਚਾਹੀਦਾ। ਔਰ ਦੂਸਰੇ ਪਾਸੇ ਆਪਣਾ ਭਾਜਪਾ ਦੀ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ। ਭਾਜਪਾ ਕਹਿੰਦੀ ਕਿ 1984 ਦੇ ਦੰਗਿਆਂ ਦੇ ਬੰਦਿਆਂ ਨੂੰ ਮੁਆਵਜ਼ੇ ਨਹੀਂ ਮਿਲੇ, ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਮੈਂ ਇਹ ਪੁੱਛਦਾ ਵੀ 10 ਸਾਲ ਤੁਹਾਡਾ ਰਾਜ ਰਿਹਾ ਕੇਂਦਰ ਸਰਕਾਰ ਦਾ, ਤੁਸੀਂ ਆਪਣੇ ਤੇ ਸਵਾਲ ਕਰੋ ਵੀ ਤੁਸੀਂ ਉਹਨਾਂ ਕੇਸਾਂ ਨੂੰ ਕਿਵੇਂ ਟਰੀਟ ਕੀਤਾ। ਮੌਜੂਦਾ ਸਰਕਾਰ ਹੋਵੇ ਤਾਂ ਸਵਾਲ ਸਾਨੂੰ ਕਰ ਰਹੀ ਹੋਵੇ। ਔਰ ਇਸੇ ਤਰ੍ਹਾਂ ਹੀ ਕਾਂਗਰਸ ਦੀ ਗੱਲ ਕਰਦੇ ਆ, ਕਾਂਗਰਸ ਸਾਨੂੰ ਸਵਾਲ ਕਰਦੀ ਹੈ ਵੀ ਆਉਣ ਵਾਲੇ ਸਮੇਂ 'ਚ ਅਸੀਂ ਲੋਕਾਂ ਨੂੰ ਨੌਕਰੀਆਂ ਦੇ ਦਿਆਂਗੇ, 1-1 ਲੱਖ ਬੰਦਿਆਂ ਨੂੰ ਨੌਕਰੀ ਦੇ ਦਾਂਗੇ, ਸਿਲੰਡਰ ਵੀ। ਉਹ ਜਿਹੜੇ ਪਿਛਲੇ 5 ਸਾਲ ਗਏ ਉਹਦਾ ਹਿਸਾਬ ਕਿਤਾਬ ਕੌਣ ਦੇਗਾ। ਜੇ ਤੁਸੀਂ ਪਿਛਲੇ 5 ਸਾਲ ਦਾ ਕੀਤਾ ਕਿਰਾਇਆ ਖਤਮ ਕਰਤਾ, ਭੁੱਲ ਗਏ, ਕੁਛ ਨਹੀਂ ਕੀਤਾ, ਤੇ ਅਗਲੇ 5 ਸਾਲ ਤੁਸੀਂ ਕੀ ਕਰੋਗੇ। ਸੋ ਇਹ ਘੱਟਾ ਜਿਹੜਾ ਆਪਣੇ ਆਪ ਆਪਣੇ ਬਿਆਨਾਂ 'ਚ ਬੋਲਦਾ ਹੈ, ਆਪਣੇ ਬਿਆਨਾਂ 'ਚ ਬੋਲਦਾ। ਅਸੀਂ ਤਾਂ ਕਹਿੰਦੇ ਵੀ ਸਾਨੂੰ ਜੇਨੀਅਤ ਤੌਰ ਤੇ ਜਦ ਤੱਕ ਅਸੀਂ ਗੁਲਾਮੀ 'ਚ ਵਿਚਰ ਰਹੇ ਹਾਂ ਤਦ ਤੱਕ ਸਾਡੀ ਜਿਹੜੀ ਹੈ ਇਹ ਦਸ਼ਾ ਇਸੇ ਤਰ੍ਹਾਂ ਰਹੇਗੀ। ਔਰ ਇਸੇ ਤਰ੍ਹਾਂ ਹੀ ਵੱਖ-ਵੱਖ ਬਿਆਨ ਇਦਾਂ ਦੇ ਬਿਆਨ ਦਿੰਦੇ ਨੇ ਜਿਹੜੇ ਆਮ ਮਨੁੱਖ ਦੇ ਸਮਝ 'ਚ ਨਹੀਂ ਪੈਂਦੇ ਜੀ। ਪੰਜਾਬ ਨੂੰ ਹੱਸਦਾ ਵਸਦਾ ਵੇਖਣਾ ਚਾਹੁੰਦੇ ਆ। ਯਾਰ ਹੱਸਦਾ ਵਸਦਾ ਤੇ ਪਹਿਲਾਂ ਸੀ, ਅਜਾੜਿਆ ਕਿਹਨਾਂ ਨੇ ਆ? ਅਜਾੜਿਆ ਤੁਹਾਡੀਆਂ ਪਾਲਿਸੀਆਂ ਨੇ, ਨਫ਼ਰਤ ਨੇ, ਤੁਹਾਡੇ ਇੱਕ ਦੂਜੇ ਆਗੂ ਨੇ ਜਿਨ੍ਹਾਂ ਲੁੱਟਿਆ ਵੀ ਤੇ ਸਭ ਕੁਝ ਕੀਤਾ। ਹੁਣ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਉਹਨਾਂ ਬੰਦਿਆਂ ਨੂੰ, ਜਿੱਦਾਂ ਹੁਣ ਸਾਡਾ ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ, ਉਹ ਇਹ ਗੱਲ ਕਹਿ ਰਿਹਾ, ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਕਹਿ ਰਿਹਾ, ਜਾਂ ਬਾਕੀ ਹੋਰ ਸਾਰੇ ਬੰਦੇ ਉੱਥੇ ਬੈਠੇ ਕਹਿੰਦਾ ਕਿ ਉਹਨਾਂ ਕਰਪਟ ਆਗੂਆਂ ਦੀ CBI ਜਾਂਚ ਹੋਣੀ ਚਾਹੀਦੀ ਆ। ਹੈਰਾਨਗੀ ਵਾਲੀ ਗੱਲ ਹੈ। ਅਸੀਂ 6 ਮਹੀਨੇ ਤੋਂ ਜਿਸ ਵੇਲੇ ਨਵੀਂ ਵਜ਼ਾਰਤ ਆਈ ਸੀ, ਅਸੀਂ ਨਾਂ ਲਿਆ ਸੀ ਉਹਨਾਂ ਮੰਤਰੀਆਂ ਦਾ, ਉਹਨਾਂ ਵਿਧਾਇਕਾਂ ਦਾ, ਕਿ ਇਹ ਵਿਧਾਇਕ ਨੇ ਜੇ ਇਹਨਾਂ ਦੀ CBI ਜਾਂਚ ਕਰਾ ਲਈ ਜਾਵੇ ਤੇ ਸਾਰੇ ਜਿਹੜੇ ਨੇ ਇਹ ਕਰਪਟ ਤੇ ਲੋਟੂ ਹੋਣਗੇ। ਉਸ ਵੇਲੇ ਤੇ ਅਮਿਤ ਸ਼ਾਹ ਨੇ ਬਿਆਨ ਨਹੀਂ ਦਿੱਤਾ, ਉਸ ਵੇਲੇ ਤਾਂ ਭਾਰਤ ਦੀ ਕਿਸੇ ਵੀ ਏਜੰਸੀ ਨੇ ਇਹ ਗੱਲ ਨਹੀਂ ਕੀਤੀ
ਔਰ ਨਵਾਂ ਜਿਹੜਾ ਹੁਣ ਈਡੀ ਨੇ ਕੀਤਾ ਹੋਇਆ, ਅਸੀਂ ਮੰਗ ਕਰਦੇ ਹਾਂ ਕਿ ਜੇ ਅਮਿਤ ਸ਼ਾਹ ਦੇ ਵਿੱਚ ਇੰਨਾ ਦਮ ਹੈ ਭਾਰਤ ਦੇ ਮਤਲਬ ਉਹਦੇ ਗ੍ਰਹਿ ਮੰਤਰੀ ਦੇ, ਤੇ ਚਰਨਜੀਤ ਚੰਨੀ ਦੀ ਈਡੀ ਤੋਂ ਜਿਹੜੀ ਸਰਟੀਫਿਕੇਟ ਦਵਾਤਾ ਤੁਸੀਂ ਵੀ ਇਹ ਜਿਹੜਾ ਮਤਲਬ ਦੋਸ਼ੀ ਨਹੀਂ ਹੈ, ਇਹਦਾ ਇਹਦੇ ਚ ਲੈਣ ਦੇਣ ਕੁਝ ਨਹੀਂ ਹੈ, ਜਦੋਂ ਕਿ ਸਪਸ਼ਟ ਸਾਹਮਣੇ ਆ, ਉਹ ਖਤਮ ਹੋ ਗਿਆ, ਉਹਦੇ ਪਿੱਛੇ ਕੋਈ ਰਾਜ ਨਹੀਂ। ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਤੇ ਕਹੋਗੇ ਕਰਪਟ ਹੈ। ਕਰਪਟ ਕਹਿਣਾ ਤੇ ਅਪਰੂਵ ਕਰਨਾ ਬੜਾ ਔਖਾ ਹੈ। ਜੇ ਭਾਰਤ ਦੀ ਸਰਕਾਰ ਇਮਾਨਦਾਰ ਹੈ, ਜੇ ਕੈਪਟਨ ਅਮਰਿੰਦਰ ਸਿੰਘ ਇਮਾਨਦਾਰ ਹੈ, ਜਿਹੜਾ ਅੱਜ ਇਹ ਕਹਿ ਰਿਹਾ ਕਿ ਮੈਂ ਪਰਦਾ ਖੋਲੂੰਗਾ ਮੁਹੰਮਦ ਮੁਸਤਫਾ ਦਾ, ਵੀ ਰੂਸਾਂ ਨਾਲ ਕੀ ਸੰਬੰਧ ਸੀ ਇਹਦੇ, ਰੂਸਾਂ ਨੂੰ ਕਿੰਨੇ ਬੁਲਾਇਆ ਸੀ ਮੈਨੂੰ, ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਹੀ ਕਿਉਂ ਹੋਈਆਂ? ਪਿਛਲੇ 5 ਸਾਲ ਜੇ ਤੁਸੀਂ ਪਿੰਡਾਂ 'ਚ ਗਏ ਹੁੰਦੇ ਤੁਹਾਨੂੰ ਸਵਾਲ ਕਰਦੇ ਲੋਕ, ਜੇ ਤੁਸੀਂ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਹੁੰਦਾ ਤੁਹਾਨੂੰ ਸਵਾਲ ਕਰਦੇ ਲੋਕ, ਪਰ ਤੁਸੀਂ ਦੇ 5 ਸਾਲ ਲੋਕਾਂ ਨੂੰ ਲੁੱਟਣ ਤੇ ਕੁੱਟਣ ਚ ਲਾਇਆ ਹੁੰਦਾ। ਔਰ ਇਹ ਜਿਹੜੇ ਚੰਦ ਦਿਨ ਹੁੰਦੇ ਨੇ ਤੁਹਾਡੇ ਕੋਲ 2 ਮਹੀਨੇ 1.5 ਮਹੀਨੇ, ਇਹਦੋਂ ਤੁਸੀਂ ਇੱਕ ਦੂਜੇ ਦੀ ਮਿੱਟੀ ਪੁੱਟਦੇ ਹੋ, ਫਿਰ ਦੇ ਇਕੱਠੇ ਰਹਿੰਦੇ ਹੋ। ਸੋ ਇਸ ਕਰਕੇ ਤੁਸੀਂ ਸਾਡੇ ਲੋਕਾਂ ਦਾ ਸ਼ੋਸ਼ਣ ਇਸ ਕਰ ਰਹੇ ਹੋ ਕਿ ਉਹ ਰਾਜਨੀਤਿਕ ਤੌਰ ਤੇ ਅਜੇ ਭੋਲੇ ਨੇ, ਅਜੇ ਉਹਨਾਂ ਦੀ ਅਕਲ ਨਹੀਂ ਇੰਨੀ ਆਈ, ਭਾਵੇਂ ਡਿਗਰੀਆਂ ਕਰ ਗਏ ਨੇ, ਪੋਸਟ ਗ੍ਰੈਜੂਏਸ਼ਨ ਕਰ ਗਏ ਨੇ, PhD ਕਰ ਗਏ ਨੇ, ਇੰਜੀਨੀਅਰ ਬਣ ਗਏ ਨੇ, ਮਾਸਟਰ ਬਣ ਗਏ ਨੇ, ਬਹੁਤ ਕੁਝ ਹੋ ਗਿਆ, ਗੂਗਲ ਆ ਗਿਆ, ਕਈ ਕੁਝ ਆ ਗਿਆ, ਪਰ ਜਿਹਨੀਅਤ ਤੌਰ ਤੇ ਅੱਜ ਵੀ ਉਹ ਗੁਲਾਮ ਨੇ। ਜਦ ਤੱਕ ਇਹ ਗੁਲਾਮੀ ਜਿਹੜੀ ਆ ਉਹ ਟੁੱਟਦੀ ਨਹੀਂ, ਉਹ ਤੋਂ ਬਾਅਦ ਇਹ ਨੋਟਾਂ ਨੂੰ ਵਰਤਣ ਦੀ ਕੋਸ਼ਿਸ਼ ਕਰਨਗੇ, ਤੇ ਜਿੱਦਣ ਨੋਟਾਂ ਵਾਲੀ ਪੋਜੀਸ਼ਨ ਆ ਗਈ ਉਸ ਦਿਨ ਲੋਕ ਆਪਣਾ ਰਾਜ ਕਰਨਗੇ, ਉਸ ਦਿਨ ਲੋਕਾਂ ਨੂੰ ਜਾਗਰੂਕਤਾ ਹੋਊਗੀ, ਲੋਕ ਇਕੱਠੇ ਹੋਣਗੇ, ਇਕੱਠੇ ਹੋ ਕੇ ਆਪਣੀ ਸਰਕਾਰ ਆਪ ਬਣਾਉਣਗੇ, ਆਪਣਾ ਆਪ ਫੈਸਲਾ ਕਰਨਗੇ। ਫੇਰ ਕਵਾਂਗੇ ਕੈਲੀਫੋਰਨੀਆ, ਫੇਰ ਕਵਾਂਗੇ ਅਸੀਂ ਬਾਬਰ ਦੀ ਗੱਲ ਜਿਹੜੀ ਅਕਬਰ ਦੀ ਤੁਸੀਂ ਸੁਣਾਈਆਂ, ਫੇਰ ਰਣਜੀਤ ਸਿੰਘ ਦਾ ਰਾਜ ਆਊਗਾ ਜਿਹੜਾ ਆਪਣੇ ਸਿਰ ਦੇ ਉੱਤੇ ਇੱਕ ਗਰੀਬ ਦਾ ਪੰਡ ਚੁੱਕ ਕੇ ਉਹਦੇ ਘਰ ਪਹੁੰਚਾਉਂਦਾ ਤੇ ਪਹਿਚਾਣ ਨਹੀਂ ਦਿੰਦਾ। ਅੱਜ ਕੱਲ੍ਹ ਇੱਥੇ ਤੇ ਜਿੰਨੇ ਵੀ ਸਾਡੇ ਰਾਜਨੀਤਿਕ ਲੋਕ ਨੇ ਉਹ ਤੇ ਸੜਕ ਤੇ ਜਾਂਦੇ ਨੂੰ ਉਹ ਫੇਟ ਮਾਰ ਕੇ ਸੁੱਟ ਜਾਂਦੇ ਨੇ, ਔਰ ਉਹਦੇ ਗਨਮੈਨ ਜਿਹੜੀਆਂ ਸ਼ੂਕ ਦੀਆਂ ਗੱਡੀਆਂ ਪੰਜਾਬ 'ਚ ਅੱਜ ਤੋਂ 4 ਦਿਨ ਬਾਅਦ ਆਉਣੀਆਂ, ਉਹਨਾਂ ਨੂੰ ਨਜ਼ਰ ਨਹੀਂ ਆਉਣਾ ਸੜਕ ਤੇ। ਆਮ ਆਦਮੀ ਸੜਕ ਤੇ ਲੰਘਦਾ ਬੰਦਾ, ਸਾਈਕਲ ਵਾਲਾ ਨਜ਼ਰ ਨਹੀਂ ਆਉਣਾ, ਸਕੂਟਰ ਵਾਲਾ ਨਜ਼ਰ ਨਹੀਂ ਆਉਣਾ, ਮਰਦਾ ਕੋਈ ਮਰੇ, ਉਹ ਆਪਣੀ ਸ਼ੂਕ ਨਾਲ ਜਾ ਰਹੇ ਨੇ। ਗੱਡੀਆਂ ਦੇ ਉੱਤੇ ਜਿਹੜੀਆਂ VIP ਦੇ ਕਾਰਡ ਲੱਗੇ ਨੇ, ਤੇ ਸਾਡੀ ਪੁਲਿਸ, ਸਾਡਾ ਸਿਸਟਮ ਉਸ ਵੇਲੇ ਅੱਖਾਂ ਤੇ ਪੱਟੀ ਬੰਨ੍ਹ ਕੇ ਤੁਰਿਆ ਫਿਰਦਾ, ਔਰ ਆਪ ਖੁਦ ਅੱਗੇ ਜੀਪ ਲਾ ਕੇ ਡਾਂਗਾਂ ਨਾਲ ਬੰਦੇ ਹਿਲਾਈ ਜਾਂਦੇ ਨੇ। ਅਜੇ ਤੱਕ ਇਨਕੁਆਇਰੀ ਇਹ ਨਹੀਂ ਕਰ ਸਕੇ। ਮੈਂ ਕਿ ਸਿਰਫ ਮਾਨਸੇ ਵਾਲਿਆਂ ਨੂੰ ਸਵਾਲ ਕਰਨਾ, ਜੀ ਮਾਨਸੇ ਦੇ ਲੋਕਾਂ ਨੂੰ ਜਿਹੜੇ ਅੱਜ ਇਸ ਗੱਲ ਲਈ ਕਾਂਗਰਸ ਸਰਕਾਰ ਦੀ ਜਾਂ ਮੂਸੇ ਵਾਲੇ ਦੀ ਮਦਦ ਕਰਨ ਵਾਸਤੇ ਤੁਰੇ ਹੋਏ ਨੇ। ਮੈਂ ਨਹੀਂ ਕਹਿੰਦਾ ਨਾ ਕਰੋ, ਪਰ ਤੁਸੀਂ ਉਹ ਦਿਨ ਤੇ ਯਾਦ ਰੱਖੋ ਜਿੱਦਣ DSP ਨੇ ਤੁਹਾਡੀਆਂ ਕੁੜੀਆਂ ਦੀਆਂ ਜੂੜੇ ਫੜ ਕੇ ਕੁੱਟੇ ਸੀ, ਜਿੱਦਣ ਮਾਸਟਰ ਕੁੱਟੇ ਸੀ ਉੱਥੇ ਮਾਨਸੇ ਦੇ ਵਿੱਚ, ਔਰ ਸ਼ਰੇਆਮ ਹੋਇਆ ਸੀ। ਅੱਜ ਤੱਕ DSP ਦਾ ਕੀ ਵਿਗਾੜ ਲਿਆ? DSP ਨੂੰ ਕੀ ਸਸਪੈਂਡ ਕਰਤਾ? DSP ਕਿਤੇ ਟਰਮੀਨੇਟ ਹੋ ਗਿਆ? ਉਸੇ ਤਰ੍ਹਾਂ ਕਿਉਂਕਿ ਉਹ ਕਾਂਗਰਸ ਸਰਕਾਰ ਦੇ CM ਦੀ ਪ੍ਰੋਟੈਕਸ਼ਨ ਕਰ ਰਿਹਾ ਸੀ। ਉਹ ਆਮ ਆਦਮੀ ਦੀ, ਜਿਸ ਆਮ ਆਦਮੀ ਦੀ ਕਰੋੜਾਂ ਰੁਪਈਆ ਜਿਹੜੀ ਪ੍ਰਾਪਰਟੀ ਜੀ। ਲੈਲ ਸਾਹਿਬ ਪਤਾ ਕੀ ਗੱਲ ਹੈ, ਮਾਨਸਾ ਵਰਗਾ ਜਿਹੜਾ ਕਾਂਡ ਹੋਇਆ ਉਹਦੀ ਸਾਰੇ ਪਾਸੇ ਨਖੇਦੀ ਹੋਈ ਹੈ, ਤੁਹਾਨੂੰ ਵੀ ਪਤਾ ਹੈ। ਔਰ ਮਾਨਸਾ ਦੇ ਲੋਕ ਜਿਹੜੇ ਟੀਚਰ ਨੇ ਉਹ ਹਾਲੇ ਤੱਕ ਭੁੱਲੇ ਨਹੀਂ, ਉਹ ਕਾਂਡ ਹਾਲੇ ਤੱਕ ਯਾਦ ਹੈ, ਔਰ ਬਦਲਾ ਲੈਣ ਦੀ ਪੂਰੀ ਸਕੀਮ ਦੇ ਵਿੱਚ ਨੇ ਉਹ। ਕੱਲ ਆਪਣੀ ਨਾ ਰਾਹ ਜਾਂਦੇ ਗੱਲ ਹੋ ਰਹੀ ਸੀ ਲੈਲ ਸਾਹਿਬ, ਤੁਹਾਨੂੰ ਯਾਦ ਹੋਵੇ ਜੀ, ਆਪਾਂ ਜਦੋਂ ਕਾਰ 'ਚ ਸਫ਼ਰ ਕਰ ਰਹੇ ਸੀ, ਤੁਸੀਂ ਇਹ ਗੱਲ ਕਹੀ ਸੀ ਵੀ ਜਿਹੜੇ ਰੋਸ ਪ੍ਰਦਰਸ਼ਨ ਨੇ 111 ਦਿਨ 'ਚ ਉਦੋਂ ਹੋਏ ਸੀ ਚੰਨੀ ਦੇ ਖਿਲਾਫ, ਮਨਪ੍ਰੀਤ ਬਾਦਲ ਦੇ ਖਿਲਾਫ, ਕਿ ਸਾਨੂੰ ਪੱਕਿਆਂ ਕਰੋ, ਉਹਨਾਂ ਨੇ ਪੱਕਿਆਂ ਨਹੀਂ ਕੀਤਾ। ਇਹ ਰੋਸ ਪ੍ਰਦਰਸ਼ਨ ਹੁਣ ਹੋਣੇ ਚਾਹੀਦੇ ਸੀ। ਬਿਲਕੁਲ ਇਹ ਧਰਨੇ ਮਨਪ੍ਰੀਤ ਬਾਦਲ ਦੀ ਜੂਹ ਦੇ ਵਿੱਚ, ਇਹ ਧਰਨੇ ਚਰਨਜੀਤ ਸਿੰਘ ਚੰਨੀ ਦੀ ਜੂਹ ਦੇ ਵਿੱਚ ਹੁਣ ਲੱਗਣੇ ਚਾਹੀਦੇ ਸੀ। ਇਹਨਾਂ ਇਲੈਕਸ਼ਨਾਂ ਦੇ ਵਿੱਚ ਉਹ ਘਰ ਘਰ ਜਾ ਕੇ ਜਾਗਰੂਕ ਕਰਦੇ ਕਿ ਭਾਈ ਇਹਨਾਂ ਲੋਕਾਂ ਨੂੰ ਵੋਟਾਂ ਨਾ ਪਾਇਓ ਜਿਨ੍ਹਾਂ ਲੋਕਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ, ਜਿਨ੍ਹਾਂ ਲੋਕਾਂ ਨੇ ਲੀਡਰਾਂ ਨੇ ਸਾਡੀਆਂ ਕੁੜੀਆਂ ਦੀਆਂ ਬੇਪਤੀਆਂ ਕੀਤੀਆਂ। ਹਾਲਾਂਕਿ ਅਕਾਲੀ ਦਲ ਵੇਲੇ ਵੀ ਇਹੀ ਗੱਲ ਹੋਇਆ ਸੀ, ਪਰ ਲੈਲ ਸਾਹਿਬ ਸਮਾਂ ਘੱਟ ਆਪਣੇ ਕੋਲੇ, ਆਪਾਂ ਪੁਰਾਣੀ ਖਬਰ 'ਚ ਨਹੀਂ ਪੈਣਾ ਜੀ। ਲੇਕਿਨ ਹੁਣ ਸਿਨੈਰੀਓ ਜਿਹੜਾ ਹੈ ਚੇਂਜ ਹੁੰਦਾ ਜਾ ਰਿਹਾ ਹੈ। ਬਿਲਕੁਲ ਚੇਂਜ ਕਿਵੇਂ ਹੁੰਦਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੂਰੇ ਪੰਜਾਬ ਦੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬਿਲਕੁਲ ਸ਼੍ਰੋਮਣੀ ਅਕਾਲੀ ਦਲ ਜਿੱਥੇ ਦੂਜੇ ਤੀਜੇ ਨੰਬਰ ਤੇ ਫਸੀ ਹੋਈ ਸੀ ਪਾਰਟੀ, ਅੱਜ ਉਹ ਹੌਲੀ ਹੌਲੀ ਉਹਦਾ ਗ੍ਰਾਫ ਜਿਹੜਾ ਹੈਗਾ ਉਹ ਉੱਪਰ ਹੁੰਦਾ ਨਜ਼ਰ ਆ ਰਿਹਾ ਹੈ। ਉਹਦਾ ਕਾਰਨ ਕੀ ਹੈ ਕਿ ਸੁਖਬੀਰ ਸਿੰਘ ਬਾਦਲ ਬੜੀ ਮਿਹਨਤ ਕਰ ਰਹੇ ਨੇ, ਪਰ ਸੁਖਬੀਰ ਸਿੰਘ ਬਾਦਲ ਇੰਨੇ ਕੁ ਸਰਗਰਮ ਹੋਏ ਪਏ ਨੇ,
ਔਰ ਲੋਕਾਂ ਨੂੰ ਇਸ ਗੱਲ ਦੀ ਸੋਝੀ ਲਿਆ ਰਹੇ ਨੇ ਕਿ ਭਾਈ ਜਿਹੜੇ ਡਿਵੈਲਪਮੈਂਟ ਦੇ ਕੰਮ ਹੋਏ ਸੀ ਪ੍ਰਕਾਸ਼ ਸਿੰਘ ਬਾਦਲ ਵੇਲੇ ਹੋਏ ਸੀ, ਥਰਮਲ ਪਲਾਂਟ ਹੋ ਗਿਆ, ਸੜਕਾਂ ਦਾ ਜਾਲ ਹੋ ਗਿਆ, ਸਕੀਮਾਂ ਹੋ ਗਈਆਂ, ਜਿੰਨੀਆਂ ਵੀ ਸੀਗੀਆਂ, ਆਟਾ ਦਾਲ ਸਕੀਮ ਹੋ ਗਈ, ਇਹ ਸਾਰੀ ਪ੍ਰਕਾਸ਼ ਸਿੰਘ ਬਾਦਲ ਵੇਲੇ ਸ਼ੁਰੂ ਹੋਈ ਸੀ। ਵੀ ਜੇ ਤੁਸੀਂ ਬਾਹਰਲੇ ਬੰਦਿਆਂ ਨੂੰ ਜਿਤਾ ਦਿਓਗੇ ਤਾਂ ਇਹ ਸਕੀਮਾਂ ਬੰਦ ਹੋ ਜਾਣਗੀਆਂ। ਜਿਸ ਤਰ੍ਹਾਂ ਪਹਿਲਾਂ ਕਾਂਗਰਸ ਨੇ ਸੁਵਿਧਾ ਸੈਂਟਰ ਬੰਦ ਕਰਤੇ, ਸਕੀਮਾਂ ਬੰਦ ਕਰਤੀਆਂ, ਬੜਾ ਕੁਝ ਬੰਦ ਕਰਤਾ ਹੈ ਨਾ। ਲੇਕਿਨ ਅੱਜ ਮੈਂ ਲੋਕਾਂ ਦੇ ਵਿੱਚ ਪਿੰਡਾਂ ਵਿੱਚ ਗਿਆ ਤੇ ਪਿੰਡਾਂ ਦੇ ਵਿੱਚ ਆਬੋ ਹਵਾ ਥੋੜੀ ਜਿਹੀ ਚੇਂਜ ਹੋ ਰਹੀ ਹੈ। ਗੱਲ ਨਹੀਂ ਕਿ ਝਾੜੂ ਵਾਲੇ ਪਿੱਛੇ ਜਾ ਰਹੇ ਨੇ, ਇਹ ਵੀ ਗੱਲ ਨਹੀਂ, ਝਾੜੂ ਵਾਲੇ ਵੀ ਟੌਪ ਤੇ ਜਾ ਰਹੇ ਨੇ, ਪਰ ਅਕਾਲੀ ਦਲ ਦੀ ਕਿਤੇ ਨਾ ਕਿਤੇ ਪੋਜੀਸ਼ਨ ਜਿਹੜੀ ਹੈ ਹੁਣ ਡੇ ਬਾਈ ਡੇ ਮਜ਼ਬੂਤ ਹੁੰਦੀ ਜਾ ਰਹੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? 2-4 ਮਿੰਟ ਆਪਣੇ ਕੋਲ। ਦੇਖੋ ਜੀ, ਗੱਲ ਬਿਲਕੁਲ ਸਹੀ ਹੈ ਕਿ ਹਮੇਸ਼ਾ ਹੀ ਹਰ ਪਾਰਟੀ ਜਿਹੜੀ ਕੁਛ ਨਾ ਕੁਛ ਨਿਆਂ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਿਹੜੇ ਵੀ ਉਹਨਾਂ ਨੇ ਉਸ ਦਿਨ ਆਪਣੇ ਮੈਨੀਫੈਸਟੋ 'ਚ ਕੁਛ ਡਿਮਾਂਡ ਜਿਹੜੀਆਂ ਮੰਗਾਂ ਰੱਖੀਆਂ ਨੇ ਵੀ ਅਸੀਂ ਜੇ ਸਾਡੀ ਸਰਕਾਰ ਚੁਣੀ ਜਾਂਦੀ ਹੈ ਤਾਂ ਅਸੀਂ ਇਹ ਕੁਛ ਦਿਆਂਗੇ, ਜੇ ਉਸ ਗੱਲ ਤੇ ਅਟੱਲ ਰਹਿੰਦੇ ਨੇ ਤੇ ਜਿਸ ਢੰਗ ਨਾਲ ਥਾਵਾਂ ਤੋਂ ਰਿਪੋਰਟਾਂ ਆ ਰਹੀਆਂ ਨੇ ਉਹ 'ਚ ਅਕਾਲੀ ਦਲ ਦੀ ਜਿਹੜੀ ਹੈ ਉਹ ਚੜ੍ਹਤ ਜਿਹੜੀ ਆ ਮਹਿਸੂਸ ਹੋ ਰਹੀ ਹੈ। ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਹੈ, ਆਮ ਆਦਮੀ ਪਾਰਟੀ ਦਾ ਆਮ ਪਬਲਿਕ 'ਚ ਇਹ ਰੁਝਾਨ ਹੈ ਕਿ ਅਸੀਂ ਦੋ ਬੰਦਿਆਂ ਨੂੰ ਪਹਿਲਾਂ ਦੋ ਪਾਰਟੀਆਂ ਨੂੰ ਮੌਕਾ ਦਿੱਤਾ, ਇੱਕ ਤੀਜੀ ਨੂੰ ਦੇਣਾ ਬਣਦਾ। ਪਰ ਸਵਾਲ ਇਸ ਗੱਲ ਦਾ ਵੀ ਅਸੀਂ ਇਹ ਨਹੀਂ ਚਾਹੁੰਦੇ ਵੀ ਇੱਕ 5 ਸਾਲ ਆਪਾਂ ਹੋਰ ਖਰਾਬ ਕਰ ਲਈਏ। ਸੋਚ ਸਮਝ ਕੇ ਗੱਲ ਕਰਨੀ ਹੈ। ਸ਼ਾਇਦ ਕੱਲ ਤੁਸੀਂ ਜਿਹੜਾ ਕਈ ਜਿਹੜੇ ਵੀਡੀਓਜ਼ ਤੁਸੀਂ ਹੁਣ ਤੱਕ ਵੇਖ ਚੁੱਕੇ ਹੋ। ਸੋ ਇਸ ਕਰਕੇ ਇਹਨਾਂ ਸਾਰਿਆਂ ਦੀ ਜਿਹੜੀਆਂ ਘਾਟਾਂ ਤੇ ਕਮਜ਼ੋਰੀਆਂ ਨੂੰ ਜ਼ਰੂਰ ਨਜ਼ਰਅੰਦਾਜ਼ ਕਰੋ ਨਾ ਕਰਨਾ, ਉਹ ਦੇਖਣਾ ਜ਼ਰੂਰ। ਪਰ ਜਿੱਥੋਂ ਤੱਕ ਕੱਲ ਦੀ ਰਿਪੋਰਟ ਹੈ ਉਹਦੇ 'ਚ ਵੇਖਿਆ ਵੀ ਅਸੀਂ ਗੁਰਦਾਸਪੁਰ ਤੋਂ ਜਿਹੜੇ ਕਾਦੀਆਂ ਤੋਂ ਜਿਹੜੇ ਗੁਰਕਬਾਲ ਸਿੰਘ ਭੁੱਲਰ ਨੇ ਉਹ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਲੀਡ ਨਾਲ ਜਿਹੜੇ ਅੱਗੇ ਜਾ ਰਹੇ ਨੇ। ਜੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਪੂਰਬੀ ਹਲਕੇ ਦੀ ਗੱਲ ਕਰਦੇ ਹਾਂ, ਜਿੱਥੋਂ ਰਿਪੋਰਟਾਂ ਜਿਹੜੀਆਂ ਸਾਡੇ ਕੋਲ ਉੱਥੇ ਜ਼ਮੀਨੀ ਆਈਆਂ ਵੀ ਉੱਥੋਂ ਵੀ ਬਹੁਤ ਵੱਡੇ ਜਿਹੜੇ ਕਾਂਗਰਸੀ ਨੇ ਉਹ ਸਿੱਧੂ ਦੇ ਰਵੱਈਏ ਕਰਕੇ ਜਿਹੜੇ ਆ ਉਹਨਾਂ ਕਾਂਗਰਸ ਤੋਂ ਰਿਜ਼ਾਈਨ ਕਰਕੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸਪੋਰਟ ਕਰਨ ਜਾ ਰਹੇ ਨੇ। ਹੋਰਨਾਂ ਕਈਆਂ ਥਾਵਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਅਕਾਲੀ ਦਲ ਵੱਲ ਜਿਹੜਾ ਉਹ ਝੁਕਾਅ ਲੋਕਾਂ ਦਾ ਵੱਧਦਾ ਜਾ ਰਿਹਾ। ਬਿਲਕੁਲ ਜੀ, ਬਿਲਕੁਲ। ਤੇ ਸੋ ਇਸ ਕਰਕੇ ਹਲਕਾ ਚੱਬੇਵਾਲ ਤੋਂ ਅਜੇ ਕੱਲ ਦੀ ਜਿਹੜੀ ਗੱਲ ਸੋਹਣ ਸਿੰਘ ਠੰਡਲ ਜਿਹੜੇ ਨੇ ਉਹ ਪੂਰੀ ਮਜ਼ਬੂਤੀ ਵੱਲ ਵੱਧਦੇ ਜਾ ਰਹੇ ਨੇ। ਸੋ ਇਸ ਕਰਕੇ ਖਰੜ ਤੋਂ ਜੇ ਗੱਲ ਕਰਦੇ ਆ, ਖਰੜ ਤੋਂ ਰਣਜੀਤ ਸਿੰਘ ਗਿੱਲ ਜਿਹੜਾ ਜਿਹਨੇ ਅੱਜ ਬਹੁਤ ਵੱਡਾ ਜਿਹੜਾ ਉਹ ਆਪਣਾ ਰੋਡ ਸ਼ੋਅ ਜਿਹੜਾ ਕੱਢਿਆ, ਜੇ ਰੋਡ ਸ਼ੋਅ ਤੋਂ ਅੰਦਾਜ਼ਾ ਲਾ ਲਈਏ ਜਾਵੇ ਤੇ ਕੋਈ ਅੱਤ ਕਥਨੀ ਨਹੀਂ ਵੀ ਐਡਾ ਵੱਡਾ ਮੂਵ, ਐਡੀ ਵੱਡਾ ਜਿਹੜਾ ਜਿਹੜਾ ਇਕੱਠ ਸੀ ਸ਼ਾਇਦ ਹੀ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਵੇਖਿਆ। ਉਵੇਂ ਵੇਖਿਆ ਜਿਵੇਂ ਕਿਸਾਨ ਜਥੇਬੰਦੀਆਂ ਜਿਹੜੀਆਂ ਟਰੈਕਟਰ ਲੈ ਕੇ ਰੋਡ ਦੇ ਉੱਤੇ ਨਿਕਲੀਆਂ ਸੀ ਤੇ ਆਪਣਾ ਪ੍ਰਦਰਸ਼ਨ ਕਰ ਰਹੀਆਂ ਵੀ ਸਾਡੀਆਂ ਮੰਗਾਂ ਜਾਇਜ਼ ਹੈ। ਇਸ ਢੰਗ ਦਾ ਰੋਡ ਪ੍ਰਦਰਸ਼ਨ ਜਿਹੜਾ ਰਣਜੀਤ ਸਿੰਘ ਗਿੱਲ ਨੇ ਕੀਤਾ। ਕਿਤੇ ਨਾ ਕਿਤੇ ਰਣਜੀਤ ਸਿੰਘ ਗਿੱਲ ਜਿਹੜਾ ਲੋਕਾਂ ਨਾਲ ਬੜਾ ਨਿੱਜੀ ਤੌਰ ਤੇ ਮਿਲਿਆ ਗਿਲਿਆ ਹੋਇਆ, ਲੋਕਾਂ ਦੇ ਘਰਾਂ ਦੁੱਖਾਂ ਸੁੱਖਾਂ 'ਚ ਆਉਂਦਾ, ਇਹਦਾ ਬੈਨੀਫਿਟ ਵੀ ਹੋ ਸਕਦਾ ਰਣਜੀਤ ਸਿੰਘ ਗਿੱਲ ਨੂੰ ਮਿਲੇ। ਜੀ ਲਹਿਲ ਸਾਹਿਬ, ਪਤਾ ਕੀ ਹੋਣ ਜਾ ਰਿਹਾ ਹੁਣ? ਸੁਣੋ ਮੇਰੀ ਗੱਲ ਜੀ। ਅਕਾਲੀ ਦਲ ਬੜੀ ਸਕੀਮ ਦੇ ਵਿੱਚ ਹੈ ਜੀ। ਅਕਾਲੀ ਦਲ ਨੇ ਚਾਰੇ ਪਾਸੋਂ ਘੇਰਾ ਪਾ ਲਿਆ ਆਪਣੇ ਉਮੀਦਵਾਰਾਂ ਨੂੰ। ਜੀ। ਕਿਸ ਤਰੀਕੇ ਨਾਲ ਉਮੀਦਵਾਰ ਘੇਰਾ ਪਾ ਲਿਆ? ਇੱਕ ਤਾਂ ਪਹਿਲਾਂ ਉਹਨਾਂ ਦਾ ਭਾਜਪਾ ਦੇ ਨਾਲ ਅਲਾਈਨ ਸੀਗਾ, ਬਹੁਤ ਸਾਰੇ ਅਕਾਲੀ ਦਲ ਦੇ ਬੰਦੇ ਜਿਹੜੇ ਸੀਗੇ ਉਹ ਭਾਜਪਾ 'ਚ ਸ਼ਾਮਲ ਕਰਾਤੇ। ਗੱਲ ਕਲੀਅਰ, ਸਟ੍ਰੈਟਜੀ ਸਾਫ਼ ਹੈ। ਆਪ ਬੀਐਸਪੀ ਨਾਲ ਅਲਾਈਅੰਸ ਕਰ ਲਿਆ। ਹੁਣ ਕੀ ਹੋਏਗਾ? ਸਰਕਾਰ ਕਿਵੇਂ ਬਣੂਗੀ? ਸ਼੍ਰੋਮਣੀ ਅਕਾਲੀ ਦਲ ਬਾਦਲ, ਬਹੁਜਨ ਸਮਾਜ ਪਾਰਟੀ ਤੇ ਬਸਪਾ ਭਾਜਪਾ, ਇਹ ਤਿੰਨੇ ਮਿਲ ਕੇ ਜੀ ਇੱਕ ਜਿਹਨੂੰ ਘਿਓ ਖਿਚੜੀ ਬਣਾ ਸਰਕਾਰ ਬਣਾਉਣਗੇ। ਔਰ ਬਾਕੀ ਆਜ਼ਾਦ ਹੋ ਗਏ ਜਾਂ ਹੋਰ ਖੱਬੇ ਸੱਜੋ ਖਰੀਦੋ ਫਰੋਖਤ ਕਰਕੇ ਸਰਕਾਰ ਇਹ ਬਣਾ ਜਾਣਗੇ, ਕਿਉਂਕਿ ਇਹਨਾਂ ਦਾ ਇੱਕੋ ਇੱਕ ਏਜੰਡਾ ਹੈ ਕਿ ਆਮ ਆਦਮੀ ਪਾਰਟੀ ਨੂੰ ਆਉਣ ਨਹੀਂ ਦੇਣਾ। ਕਾਂਗਰਸ ਨੂੰ ਲੋਕ ਨਕਾਰ ਚੁੱਕੇ ਨੇ, ਕਾਂਗਰਸ ਨੂੰ ਲੋਕ ਮੂੰਹ ਨਹੀਂ ਲਾ ਰਹੇ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ ਉਹ ਇਸ ਸਮੇਂ ਉਹਦਾ ਪਲੜਾ ਜਿਹੜਾ ਹੈ ਉਹ ਭਾਰੂ ਨਜ਼ਰ ਆ ਰਿਹਾ ਹੈ। ਹਲੇ 2 ਦਿਨ ਪਏ ਨੇ, 2 ਦਿਨ ਦੇ ਅੰਦਰ 2 ਦਿਨ ਵੋਟਾਂ ਪਈਆਂ ਨੇ, ਸਮੀਕਰਨ ਚੇਂਜ ਹੋ ਸਕਦੇ ਨੇ। ਹੋ ਸਕਦਾ ਜੋ ਅਸੀਂ ਗੱਲ ਕਹਿ ਰਹੇ ਹਾਂ 100% ਗਲਤ ਹੋ ਜੇ ਔਰ ਆਮ ਆਦਮੀ ਪਾਰਟੀ ਸਰਕਾਰ ਬਣਾ ਜੇ। ਇਹ ਤਾਂ ਸਾਡੇ ਅੰਦਾਜ਼ੇ ਨੇ, ਅਸੀਂ ਅੰਦਾਜ਼ੇ ਲਾ ਰਹੇ ਨੇ ਅਲੱਗ-ਅਲੱਗ ਥਾਵਾਂ ਦੇ ਉੱਤੇ। ਕੋਈ ਪੱਕਾ ਸਰਵੇ ਨਹੀਂ ਹੈ ਵੀ ਸ਼੍ਰੋਮਣੀ। ਇਹ 2 ਦਿਨ 'ਚ ਇਹਨਾਂ ਨੇ ਅਜੇ ਬਹੁਤ ਵੱਡੀਆਂ ਗੇਮਾਂ ਖੇਡਣੀਆਂ ਨੇ। ਇਹ ਉਹ ਗੇਮਾਂ ਖੇਡਣੀਆਂ ਜਿਹੜੀਆਂ ਸ਼ਾਂਤਮਈ ਗੇਮਾਂ ਹੁੰਦੀਆਂ, ਬੁੱਕਲ 'ਚ ਜਿਹਨੂੰ ਕਹਿ ਦਿੰਦੇ ਆ, ਬੁੱਕਲ ਵਾਲੀਆਂ ਗੇਮਾਂ ਤਾਂ ਰੋਜ਼ ਹੀ ਚੱਲਦੀਆਂ ਇਹਨਾਂ ਦੀਆਂ, ਰੋਜ਼ ਹੀ ਖਰੀਦੋ ਫਰੋਖਤ ਚੱਲਦੀ ਆ। अब साडे पिंडां तो जिहड़े काम करन आउंदे कईयां ने मैनूं कहा भी साडे पिंड च कल फलानी पार्टी जिहड़ी साड़ियां वंड के गई आ, एक पासे किसी ने कहा भी सानूं ते वो LCDियां जिहड़ियां ने वो वंडियां गईयां ने। सो ये जिहड़े छोटे छोटे लालच दे के लोकां दे मनां नूं बदलिया जा रहा। सो इस करके अजे समीकरण जिहड़े ने कल दे दोपहर तक जिहड़े आ वो बदल भी सकदे ने, कुछ नहीं कहा जा सकदा।
ਸੋ ਜੇ ਕਾਂਗਰਸ ਦੀ ਗੱਲ ਕਰਦੇ ਆ ਤੇ ਕਾਂਗਰਸ ਉਹ ਕਿਹੜੇ ਮੂੰਹ ਨਾਲ ਜਿਹੜੀਆਂ ਵੋਟਾਂ ਮੰਗਣ ਜਾ ਰਹੀ ਹੈ, ਉਹ ਕਿਸ ਕਰਕੇ ਲੋਕ ਇਹਨੂੰ ਵੋਟਾਂ ਪਾਉਣ, ਕਿਵੇਂ ਤੇ ਟ੍ਰੇਡ ਯੂਨੀਅਨ ਜਾਂ ਜਿਹੜੇ ਸਾਡੇ ਮੁਲਾਜ਼ਮ ਆ ਉਹ ਕਿਉਂ ਇਹਨਾਂ ਦੀ ਮਦਦ ਕਰਨ। ਕਾਰਨ ਇਹ ਆ ਵੀ ਜਿਨ੍ਹਾਂ ਨੇ ਕੁਝ ਇਹਨਾਂ ਦਿਨਾਂ 'ਚ ਕੀਤਾ ਹੀ ਕੋਈ ਨਹੀਂ। ਜੇ ਇਹਦੀ ਆਮ ਆਦਮੀ ਦੀ ਗੱਲ ਕਰਦੇ ਆ, ਜਿੱਦਾਂ ਦਾ ਆਮ ਆਦਮੀ ਪਾਰਟੀ ਮਾਡਲ ਦੇਣਾ ਚਾਹੁੰਦੀ ਆ, ਉਸ ਮਾਡਲ ਦੇ ਅਗੇਂਸਟ ਕੱਲ ਵੀ ਦਿੱਲੀ ਦੇ ਲੋਕਾਂ ਨੇ ਔਰ ਅੱਜ ਵੀ ਕੁਝ ਦਿੱਲੀ ਦੇ ਜਿਹੜੇ ਸਾਬਕਾ ਮੰਤਰੀ ਨੇ, ਸਾਬਕਾ ਐਮਐਲਏ ਨੇ, ਉਹਨਾਂ ਨੇ ਵੀ ਉਹਨਾਂ ਦੇ ਪਰਦੇ ਖੋਲੇ ਨੇ ਕਿ ਕੇਜਰੀਵਾਲ ਦੀ ਨੀਤੀ ਜਿਹੜੀ ਆ ਉਹ ਪੰਜਾਬ ਲਈ ਸਪਸ਼ਟ ਨਹੀਂ ਆ। ਸੋ ਇਸ ਕਰਕੇ ਨੀਤੀਆਂ ਜਿਹੜੀਆਂ ਨੇ ਇਹ ਜ਼ਰੂਰ ਧਿਆਨ 'ਚ ਰੱਖਣੀਆਂ ਬਣਦੀਆਂ। ਸੋ ਆਉਣ ਵਾਲੇ ਸਮੇਂ 'ਚ 2 ਦਿਨ ਦੇ ਵਿੱਚ ਸਮੀਕਰਨ ਕਿਹੜੇ ਪਾਸੇ ਨੂੰ ਜਾਂਦੇ ਨੇ ਉੱਤੇ ਜਿਹੜੀ ਸਾਡੀ ਹੈ ਉਹ ਖਾਸ ਨਜ਼ਰ ਰਹੇਗੀ। ਜੀ ਬਿਲਕੁਲ ਜੀ। ਉਧਰੋਂ ਅੰਮ੍ਰਿਤਸਰ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਫੇਰ ਝਟਕਾ ਲੱਗਿਆ, ਜਿੱਥੇ ਪਹਿਲਾਂ 2 ਕੌਂਸਲਰ ਜਿਹੜੇ ਸੀ ਕਾਂਗਰਸ ਦੇ ਛੱਡ ਕੇ ਅਕਾਲੀ ਦਲ ਵਿੱਚ ਚਲੇ ਗਏ ਸੀ, ਅੱਜ ਜ਼ਿਲ੍ਹਾ ਪ੍ਰਧਾਨ ਸਮੇਤ 3 ਕੌਂਸਲਰ ਹੋਰ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਨੇ। ਇਹ ਬਹੁਤ ਵੱਡਾ ਝਟਕਾ ਹੈ। ਉਧਰੋਂ ਗੁਲਾਟੀ ਜਿਹੜੀ ਹੈ ਮਾਲਵਾ ਜ਼ੋਨ ਤੋਂ ਐਸਸੀ ਸੈੱਲ ਦੇ ਇੰਚਾਰਜ ਜਿਹੜੇ ਨੇ ਮਲਕੀਤ ਸਿੰਘ ਹੀਰਾ, ਉਹ ਵੀ ਕਾਂਗਰਸ ਨੂੰ ਛੱਡ ਚੁੱਕੇ ਨੇ, ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਨੇ। ਔਰ ਦੀਪ ਸਿੱਧੂ ਦੀ ਮੌਤ ਤੇ ਪੰਜਾਬ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ ਵਿਰੋਧੀ ਪਾਰਟੀਆਂ ਨੇ ਕਿ ਇਹਦੀ ਜਿਹੜੀ ਨਿਰਪੱਖ ਜਿਹੜੀ ਹੈਗੀ ਹੈ ਉਹ ਜਾਂਚ ਕੀਤੀ ਹੈ। ਲਹਿਲ ਸਾਹਿਬ 1-2 ਮਿੰਟ। ਦੂਸਰੇ ਪਾਸੇ ਮੈਡਮ ਜਿਹੜੀ ਗੁਲਾਟੀ ਨੇ, ਜਿਹੜੇ ਸਾਡੇ ਮਨੀਸ਼ਾ ਗੁਲਾਟੀ ਜੀ, ਜਿਹੜੇ ਸਾਡੇ ਮਤਲਬ ਜਿਹੜੇ ਮਤਲਬ ਮਹਿਲਾ ਵਿੰਗ ਦੇ ਚੇਅਰਮੈਨ ਨੇ, ਕਮਿਸ਼ਨ ਦੇ ਚੇਅਰਮੈਨ ਨੇ, ਉਹ ਵੀ ਆਪਣਾ ਜਿਹੜਾ ਉਹ ਕਾਂਗਰਸ ਪ੍ਰਤੀ, ਕਾਂਗਰਸ ਨੂੰ ਛੱਡ ਕੇ ਜਿਹੜੇ ਭਾਜਪਾ ਦਾ ਇਹਨਾਂ ਨੇ ਪੱਲਾ ਫੜ ਲਿਆ। ਸੋ ਬਹੁਤ ਆਗੂ ਜਿਹੜੇ ਸੀ, ਜਿਹੜੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਾਂ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸਹਾਰਾ ਉਹਨਾਂ ਭਾਜਪਾ ਦਾ ਸਹਾਰਾ ਲਿਆ, ਕਿਉਂਕਿ 2024 ਦੀਆਂ ਇਲੈਕਸ਼ਨਾਂ ਤੱਕ ਭਾਜਪਾ ਚਾਹੁੰਦੀ ਆ ਵੀ ਅਸੀਂ ਆਪਣਾ ਜਿਹੜਾ ਮਤਲਬ ਉਹ ਕਾਡਰ ਹੈ ਉਹਨੂੰ ਬਹੁਤ ਵਧੀਆ ਢੰਗ ਨਾਲ ਸਵਾਰ ਲਾਂਗੇ। ਪਤਾ ਨਹੀਂ ਉਹ ਕਿਹੜੇ ਕਾਰਨ ਨੇ, ਕਿਹੜੇ ਲਾਲਚ ਵਸ ਹੋ ਕੇ ਗਏ ਨੇ, ਕਿਹੜੀਆਂ ਪਾਲਿਸੀਆਂ ਨਾਲ ਉਹਨਾਂ ਨੂੰ ਸਮਝ ਪੈ ਗਈ ਜਿਹੜੀ ਪੰਜਾਬ ਦੇ ਅੰਦਰ ਭਾਜਪਾ ਜਿਹੜੀ ਨਵੀਂ ਲੈ ਕੇ ਨੀਤੀ ਜਿਹੜੀ ਆ ਰਹੀ ਹੈ। ਸੋ ਇਹ ਦੇਖਣਾ ਇਹੀ ਹੈ, ਕਿਉਂਕਿ ਕਾਂਗਰਸ ਦੇ ਅੰਦਰ ਜਿਹੜੀ ਧੜੇਬੰਦੀ ਆ ਉਹ ਬਹੁਤ ਵੱਡੇ ਪੱਧਰ ਤੇ ਅੱਜ ਵੀ ਖੜੀ ਆ। ਅੱਜ ਵੀ ਜਿਹੜੇ ਉਹ ਸਿਆਣੇ ਸੂਝਵਾਨ ਆਗੂ ਨੇ, ਕੱਲ ਵੀ ਅਸ਼ਵਨੀ ਜਿਹੜੇ ਸੀ, ਅਸ਼ਵਨੀ ਕੁਮਾਰ ਜਿਹੜੇ ਕੇਂਦਰੀ ਮੰਤਰੀ ਭਾਰਤ ਦੇ ਸੀਗੇ, ਉਹ ਵੀ ਕੱਲ ਕਾਨੂੰਨ ਮੰਤਰੀ ਰਹੇ ਨੇ, ਸਾਬਕਾ ਕਾਨੂੰਨ ਮੰਤਰੀ ਨੇ, ਉਹ ਵੀ ਕਾਂਗਰਸ ਤੋਂ ਰਿਜ਼ਾਈਨ ਕਰਕੇ ਚਲੇ ਗਏ ਨੇ। ਉਹਨਾਂ ਦਾ ਇੱਕ ਬਿਆਨ ਬਹੁਤ ਵੱਡਾ ਸੀ, ਉਹਨਾਂ ਨੇ ਕਿਹਾ ਵੀ ਹੁਣ ਕਾਂਗਰਸ ਨੂੰ ਸਾਡੇ ਵਰਗੇ ਸੂਝਵਾਨ ਸਿਆਣੇ ਤੇ ਵਧੀਆ ਲੀਡਰਾਂ ਦੀ ਹੁਣ ਕੋਈ ਲੋੜ ਨਹੀਂ। ਹੁਣ ਸਾਡੀ ਸਮਝ ਜਿਨ੍ਹਾਂ ਨੇ ਸਹਿਣਸ਼ੀਲਤਾ ਤੇ ਇਸ ਕਾਂਗਰਸ ਨੂੰ 46 ਸਾਲ ਤੱਕ ਸਾਂਭ ਛੱਡਿਆ, ਅੱਜ ਉਹਨਾਂ ਪਰੋੜ ਜਿਹੜੇ ਲੀਡਰ ਸੀ, ਜਿਹੜੇ ਟਕਸਾਲੀ ਲੀਡਰ ਸੀ, ਜਿਹੜੇ ਉਮਰ ਹੰਢਾ ਚੁੱਕੇ ਨੇ, ਉਹਨਾਂ ਦੀ ਹੁਣ ਕਾਂਗਰਸ ਨੂੰ ਲੋੜ ਨਹੀਂ ਰਹੀ। ਹੁਣ ਸਿਰਫ ਲੋੜ ਰਹੀ ਆ ਇਹਨਾਂ ਪਖੰਡੀਆਂ ਦੀ, ਇਹਨਾਂ ਜਿਹੜੇ ਲੁਟੇਰਿਆਂ ਦੀ, ਤੇ ਇਹਨਾਂ ਨਵੇਂ ਜਿਹੜੇ ਉਤਪੰਨ ਹੋਏ ਜਿਹੜੇ ਲੋਕ ਨੇ, ਇਹਨਾਂ ਦੀ ਜ਼ਰੂਰਤ ਹੈ। ਇਹਦੇ ਕਰਕੇ ਕਾਂਗਰਸ ਜਿਹੜੀ ਆ ਆਪਣਾ ਗ੍ਰਾਫ ਜਿਹੜਾ ਡਾਊਨ ਕਰਦੀ ਜਾ ਰਹੀ ਹੈ। ਸੋ ਆਉਣ ਵਾਲੇ ਸਮੇਂ 'ਚ ਕਿਹੜੇ ਸਮੀਕਰਨ ਬਦਲਦੇ ਨੇ, ਸਾਡੀ ਜਿਹੜੀ ਨਜ਼ਰ ਆ ਉਹ ਤਿੱਖੀ ਜਿਹੜੀ ਨਜ਼ਰ ਆ ਉਹ ਰਾਜਨੀਤੀ ਉੱਤੇ ਰਹੇਗੀ। ਔਰ ਇਸ ਨੀਤੀ ਦੇ ਮੁਤਾਬਕ, ਆਪਣੀ ਸਮਝ ਦੇ ਮੁਤਾਬਕ ਤੁਹਾਡੇ ਨਾਲ ਅਸੀਂ ਰਾਬਤਾ ਜਿਹੜਾ ਕਾਇਮ ਕਰਦੇ ਰਹਾਂਗੇ, ਤੁਹਾਨੂੰ ਪਲ ਪਲ ਦੀ ਜਿਹੜੀ ਸੂਚਨਾ ਦਿੰਦੇ ਰਹਾਂਗੇ ਜੀ। ਸੋ ਦੋਸਤੋ, ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਆਪਣੇ ਵਿਚਾਰ ਜ਼ਰੂਰ ਦਿਓ। ਸਤਿ ਸ੍ਰੀ ਅਕਾਲ ਜੀ। ਰੱਬ ਰਾਖਾ। ਕੱਲ ਫਿਰ ਮਿਲਾਂਗੇ ਭਖਦੇ ਮਾਸੜੇ ਪ੍ਰੋਗਰਾਮ ਲੈ ਕੇ। ਤਦ ਤੱਕ ਲਈ ਸਾਨੂੰ ਹੁਣ ਜਾਣਾ ਪੈਣਾ। ਔਰ ਜਾਂਦੇ ਜਾਂਦੇ ਇੱਕ ਖਬਰ ਹੋਰ ਸਾਂਝੀ ਕਰ ਜੀਏ। ਮਨੀਸ਼ ਤਿਵਾੜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਹਲਕਾ ਆਨੰਦਪੁਰ ਸਾਹਿਬ ਤੋਂ, ਉਹਨਾਂ ਦੀ ਤਲਖੀ ਵੀ ਕਾਂਗਰਸ ਪ੍ਰਤੀ ਵੱਧਦੀ ਜਾ ਰਹੀ ਹੈ। ਉਹ ਵੀ ਕਿਸੇ ਵੇਲੇ ਵੀ ਰਿਜ਼ਾਈਨ ਜਿਹੜੇ ਨੇ ਉਹ ਕਾਂਗਰਸ ਤੋਂ ਕਰ ਸਕਦੇ ਨੇ ਔਰ ਭਾਜਪਾ ਵਿੱਚ ਜਾ ਸਕਦੇ ਨੇ। ਹਾਲੇ ਇਹ ਅੰਦਾਜ਼ੇ ਨੇ, ਕੋਈ ਪੱਕੀ ਖਬਰ ਨਹੀਂ ਹੈ। ਸੋ ਦੋਸਤੋ, ਹੁਣ ਇਸ਼ਾਰਾ ਹੋ ਗਿਆ ਕਿ ਤੁਸੀਂ ਜਾਓ ਭਾਈ, ਅਗਲਾ ਪ੍ਰੋਗਰਾਮ ਵੀ ਚੱਲਣਾ ਹੈ, ਕਿਉਂਕਿ ਪ੍ਰੋਗਰਾਮ ਜਿਹੜੇ ਨੇ ਨਵੇਂ ਤੋਂ ਨਵੇਂ ਚੱਲਦੇ ਰਹਿਣ। ਕੱਲ ਫਿਰ ਮਿਲਾਂਗੇ ਜੀ ਇਸੇ ਸਮੇਂ ਇਸੇ ਚੈਨਲ ਤੇ। ਤਦ ਤੱਕ ਲਈ ਸਾਨੂੰ ਦੋਹਾਂ ਨੂੰ ਇਜਾਜ਼ਤ ਦਿਓ। ਰੱਬ ਰਾਖਾ।